ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਜਾਓ ਸਾਰੇ ਜਣੇ ਭਾਈ। ਵਾਹ ਵਾਹ, ਕੀ ਬਾਤ ਹੈ। ਆ ਜਾਓ ਸਾਰੇ ਜਣੇ ਜੀ। ਆ ਜਾਓ, ਹਾਜ਼ਰੀ ਲਾਈਏ ਜੀ ਸਾਰੇ ਜਣੇ। ਵਾਹਿਗੁਰੂ ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਹਾਰਾਜ ਕਿਰਪਾ ਕਰੇ ਜੀ। ਕਿਵੇਂ ਹੋ ਸਾਰੇ ਜੀ? ਠੀਕ ਠਾਕ ਹੋ ਸਾਰੇ? ਹਾਂਜੀ, ਵਾਹ ਵਾਹਿਗੁਰੂ ਸਤਿਨਾਮ ਸੱਚੇ ਪਾਤਸ਼ਾਹ। ਸਭ ਠੀਕ ਠਾਕ ਹੋ ਜੀ? ਅਜੇ ਦਿਸਣ ਨਹੀਂ ਲੱਗੇ ਸਾਰੇ ਜਣੇ ਜੀ। ਹੋਰ ਸਭ ਠੀਕ ਠਾਕ ਜੀ? ਹਾਂਜੀ ਹਾਂਜੀ ਹਾਂਜੀ। ਆ ਜਾਓ ਫਿਰ ਲਾਈਏ ਕਲਾਸ। ਮੈਨੂੰ ਲੱਗਦਾ ਜੀ ਫੇਰ ਅੱਜ ਚਾਹ ਦੇ ਫਸੇ ਹੋ ਆਪਾਂ ਸਾਰੇ ਜਣੇ। ਹੈਂ, ਕਿਵੇਂ ਹੋ ਸਾਰੇ? ਠੀਕ ਠਾਕ ਹੋ ਸਾਰੇ ਜੀ? ਹਾਂਜੀ, ਅੱਜ ਆਪਣੀ ਲੈਣ ਚੱਲਣੀ ਹੈ ਜੀ। ਪੱਪਾ ਫੱਫਾ ਬੱਬਾ ਬੱਬਾ। ਹਾਂਜੀ, ਕਿਹੜੇ ਗਰੁੱਪ ਨਾਲ ਕਰੀਏ ਜੀ? ਪੰਜਾਬੀ ਇਹ ਨੀਦਰਲੈਂਡ। ਆਓ ਜੀ ਸਾਰੇ ਜਣੇ। ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਓ, ਆ ਜਾਓ ਸਾਰੇ ਜਣੇ। ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਓ, ਆ ਜਾਓ ਸਾਰੇ ਜਣੇ। ਵਾਹਿਗੁਰੂ। ਸਤਿ ਸ੍ਰੀ ਅਕਾਲ ਜੀ ਰਣਜੀਤ ਕੌਰ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਰਣਜੀਤ ਕੌਰ ਜੀ। ਸਤਿ ਸ੍ਰੀ ਅਕਾਲ। ਇਹ ਕਿਹੜਾ ਕੰਮ ਕਰ ਲਿਆ ਮੈਂ? ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਰਣਜੀਤ ਕੌਰ ਜੀ। ਸਤਿ ਸ੍ਰੀ ਅਕਾਲ। ਇਹ ਕਿਹੜਾ ਕੰਮ ਕਰ ਲਿਆ ਮੈਂ? ਹੋਰ ਜੀ ਸਭ ਠੀਕ ਠਾਕ ਹੋ? ਪ੍ਰੀਤੋ ਜੀ ਸਤਿ ਸ਼੍ਰੀ ਅਕਾਲ ਜੀ। ਰਣਜੀਤ ਕੌਰ ਭੈਣ ਜੀ ਸਤਿ ਸ਼੍ਰੀ ਅਕਾਲ। ਸਭ ਠੀਕ ਠਾਕ ਹੋ ਜੀ? ਹਾਂਜੀ, ਸਭ ਠੀਕ ਠਾਕ ਹੋ ਜੀ? ਹਾਂਜੀ, ਕਿਵੇਂ ਹੋ ਸਾਰੇ ਜੀ? ਹਾਂਜੀ ਰੂਪੀ ਜੀ ਸਤਿ ਸ੍ਰੀ ਅਕਾਲ। ਕਿਰਪਾ ਸਤਿਗੁਰ ਦੀ ਜੀ। ਰਣਜੀਤ ਕੌਰ ਜੀ ਕਿਰਪਾ ਸਤਿਗੁਰ ਦੀ। ਹਾਂਜੀ, ਕਿਰਪਾ ਸਤਿਗੁਰ ਦੀ ਜੀ। ਵਾਹਿਗੁਰੂ ਮਿਹਰ ਕਰੇ ਜੀ। ਅੱਜ 7 ਜਣੇ ਆਪਾਂ ਆਨਲਾਈਨ ਦੇਖ ਰਹੇ ਆ ਤੇ ਹੋਰ ਸਭ ਠੀਕ ਠਾਕ ਹੋ ਜੀ ਸਾਰੇ? ਅੱਜ ਦੱਸੋ ਵੀ ਕਿਹੜਾ ਟੌਪਿਕ ਚੱਕੀਏ ਜੀ ਆਪਾਂ? ਕਿਹੜੇ ਟੌਪਿਕ ਤੇ ਆਪਾਂ ਸ਼ੁਰੂ ਕਰੀਏ ਅੱਜ ਕੱਲ੍ਹ ਜੀ? ਅੱਜ ਆਪਣੀਆਂ 2 ਲਾਈਨਾਂ ਰਹਿ ਗਈਆਂ ਜੀ ਊੜੇ ਆੜੇ ਦੀਆਂ ਦੂਸਰੀ ਵਾਰੀ 'ਚ।
ਤੇ ਅੱਜ ਆਪਾਂ ਕਿਹੜੇ ਟੌਪਿਕ ਤੇ ਗੱਲ ਕਰਨੀ ਹੈ ਮੈਨੂੰ ਤੁਸੀਂ ਦੱਸਣਾ ਜੀ, ਤੇ ਆਪਾਂ ਫਿਰ ਉਹੀ ਸ਼ੁਰੂ ਕਰਦੇ ਹਾਂ ਜੀ। ਪਿਛਲੀ ਵਾਰੀ ਆਪਾਂ ਤੱਤਾ ਥੱਤਾ ਦੱਦਾ ਧੱਦਾ ਨੰਨਾ ਕੀਤਾ ਸੀ। ਅੱਜ ਆਪਾਂ ਕੀ ਕਰੀਏ ਸ਼ੁਰੂ, ਦੱਸੋ। ਵਧੀਆ ਜੀ, ਸਭ ਠੀਕ ਠਾਕ, ਚਲੋ ਵਧੀਆ ਚਾਹੀਦਾ ਜੀ। ਸਾਡੇ ਮਨੀਟਰ ਸਾਹਿਬ ਵਧੀਆ ਜੀ, ਤਾਂ ਸਾਰਾ ਕੁਝ ਵਧੀਆ ਹੈ ਜੀ। ਵਧੀਆ ਵਧੀਆ ਜੀ, ਠੀਕ ਆ ਜੀ। ਤੇ ਕੋਈ ਹੈ ਦਿਮਾਗ 'ਚ ਜੀ ਰਣਜੀਤ ਕੌਰ ਜੀ ਕੋਈ ਟੌਪਿਕ ਅੱਜ ਜੇ ਤੇ ਗੱਲ ਕਰੀਏ ਆਪਾਂ, ਕੋਈ ਹੈ ਤਾਂ ਦੱਸੋ ਜੀ, ਸ਼ੁਰੂ ਕਰੀਏ ਆਪਾਂ ਕੋਈ ਗੱਲਬਾਤ। ਨਹੀਂ ਤਾਂ ਫਿਰ ਪੰਜਾਬੀ ਤਾਂ ਸਾਡੀ ਹੈਗੀ ਹੈ ਜੀ, ਪੰਜਾਬੀ ਤੋਂ ਤਾਂ ਫਿਰ ਆਪਾਂ ਸ਼ੁਰੂ ਕਰ ਹੀ ਲੈਣਾ। ਹਾਂਜੀ, ਬਾਬੇ ਦੀ ਮਿਹਰ ਨਾਲ ਅਜੇ ਰਵੀ ਜੀ ਨਹੀਂ ਆਏ ਸਾਡੇ ਮੇਨ ਸਟੂਡੈਂਟ ਜਿਹੜੇ ਆ, ਉਹਨਾਂ ਦੀ ਤਾਂ ਬਹੁਤ ਲੋੜ ਹੈ, ਉਹ ਨਹੀਂ ਹਜੇ ਲੱਭ ਰਿਹਾ ਜੀ। ਰਵੀ ਜੀ ਮੈਨੂੰ ਲੱਗਦਾ ਪਕੌੜਿਆਂ ਦੇ ਫਸੇ ਹੋ ਵੀ ਅੱਜ, ਠੀਕ ਆ। ਗੁਰਦੁਆਰੇ ਗਏ ਸੀ ਜੀ ਅੱਜ? ਰਣਜੀਤ ਕੌਰ ਜੀ ਤੁਸੀਂ ਗਏ ਸੀ ਉੱਥੇ ਗੈਂਟ, ਪਤਾ ਨਹੀਂ ਮੈਨੂੰ ਲੱਗਾ ਉੱਥੇ ਵੀ ਕੋਈ ਪ੍ਰੋਬਲਮ ਆ ਰਹੀ ਜੀ, ਬੰਦ ਬੁੰਦ ਦਾ ਕੋਈ ਮਾਲਕ ਨੇ ਕਰਿਆ ਕਹਿ ਤਾ, ਕੋਈ ਇੱਦਾਂ ਦੀ ਗੱਲਬਾਤ ਬਾਰੇ ਸੁਣਿਆ ਨਹੀਂ ਮਾੜਾ ਜਿਹਾ ਮੈਂ, ਉਹ ਜਗ੍ਹਾ ਜੁਗਾ ਸ਼ਾਇਦ। ਹਾਂਜੀ ਹਾਂ, ਇਹ ਬਹੁਤ ਵਧੀਆ ਬੱਚਿਆਂ ਦਾ ਇੰਡੀਆ ਬਾਰੇ ਨਾ ਇੰਡੀਆ, ਹਾਂਜੀ ਹਾਂਜੀ ਇਹ ਬਹੁਤ ਵਧੀਆ ਟੌਪਿਕ ਹੈ ਜੀ। ਬੱਚੇ ਆ ਜਿਹੜੇ ਨੇ ਜੀ ਸਾਡੇ, ਉਹਨਾਂ ਨੂੰ ਇੰਡੀਆ ਲਿਜਾਣ ਬਾਰੇ ਸੋਚਿਆ ਜਾਵੇ, ਇਹੀ ਮਤਲਬ ਹੈ ਨਾ ਜੀ ਕਿ ਬੱਚੇ ਜਿਹੜੇ ਆ ਉਹ ਇੰਡੀਆ ਬਾਰੇ ਵਧੀਆ ਵਿਚਾਰ ਰੱਖਣ। ਨਜ਼ਰੀਆ ਕੀ ਹੁੰਦਾ ਉਹਨਾਂ ਦਾ, ਠੀਕ ਆ। ਆਪਾਂ ਦੇਖੋ ਜੀ ਜਿਹੜੇ ਬੱਚੇ ਆ ਨਾ ਆਪਣੇ, ਉਹ ਮੈਂ ਤਾਂ ਹਮੇਸ਼ਾ ਇੱਕ ਗੱਲ ਜ਼ਿਆਦਾ ਸੋਚਦਾ ਹਾਂ ਨਾ ਵੀ ਜ਼ਿਆਦਾਤਰ ਮਾਂ 'ਤੇ ਬਹੁਤ ਡਿਪੈਂਡ ਕਰਦੇ ਆ। ਜੇ ਕੋਈ ਗੱਲ ਵੀ ਹੁੰਦੀ ਹੈ ਨਾ, ਇਹ ਸਮਝ ਲਓ ਜਾਂ ਤਾਂ ਬਾਪੂ ਕਪੱਤਾ ਸਮਝ ਲਓ ਜਾਂ ਕੋਈ ਵੀ ਹੋਵੇ, ਹਰ ਗੱਲ ਜਿਹੜੀ ਉਹ ਮਾਂ ਨਾਲ ਜ਼ਿਆਦਾ ਸ਼ੇਅਰ ਹੋ ਜਾਂਦੀ ਆ ਤੇ ਡੈਡੀ ਨਾਲ। ਹਾਂਜੀ ਹਾਂਜੀ, ਗੁਰਦੁਆਰਾ ਦੁਆਬ ਤੇ ਗੈਂਟ ਜੀ, ਮੈਨੂੰ ਪਤਾ ਲੱਗਾ ਜੀ ਕੋਈ ਮਾਲਕ ਨੇ ਸ਼ਾਇਦ ਉਹ ਜਗ੍ਹਾ ਵਾਸਤੇ ਕੁਛ ਕਿਹਾ, ਮੈਨੂੰ ਉੜਦੀ ਜੀ ਖਬਰ ਹੈ, ਪਤਾ ਨਹੀਂ ਸ਼ੋਰ ਹੈ ਜੀ ਕਿ ਨਹੀਂ। ਤੇ ਉਹ ਜਿਹੜੇ ਗੁਰਦੁਆਰਾ ਕਿਰਾਏ ਤੇ ਆ ਨਾ ਜੀ, ਉਹ ਆਪਣੇ ਉੱਥੇ ਗੈਂਟ ਤੇ, ਉਹ ਮੈਨੂੰ ਪਤਾ ਉੜਦਾ ਜਿਹਾ ਲੱਗਾ ਪਤਾ ਵੀ ਉਹ ਮਾਲਕ ਨੇ ਸ਼ਾਇਦ ਕਿਹਾ ਵੀ ਉਹ ਕੋਈ ਹੋਰ ਉੱਥੇ ਕਾਰੋਬਾਰ ਉਹ ਸ਼ਾਇਦ ਆਪਣਾ ਕੋਈ ਖੋਲ੍ਹਣਾ ਚਾਹੁੰਦਾ, ਇਸ ਕਰਕੇ। ਬਾਕੀ ਸੱਚਾਈ ਦਾ ਨਹੀਂ ਪੱਕਾ ਜੀ ਅਜੇ ਪਤਾ, ਮੈਨੂੰ ਮਾੜੀ ਜਿਹੀ ਉੜਦੀ ਜੀ ਖਬਰ ਪਤਾ ਲੱਗਾ ਸੀਗਾ। ਤੇ ਉਹ ਮਾਲਕ ਚਾਹੁੰਦਾ ਵੀ ਉਹ ਜਗ੍ਹਾ ਖਾਲੀ ਕਰਾਈ ਜਾਵੇ, ਬਾਕੀ ਕੁਛ ਨਹੀਂ ਪਤਾ ਹਜੇ ਕੁਛ, ਚਲੋ ਖੈਰ। ਤੇ ਜਿਹੜੇ ਬੱਚਿਆਂ ਦੀ ਗੱਲ ਹੈ ਜੀ, ਉਹ ਮੈਂ ਤਾਂ ਇਹ ਮਹਿਸੂਸ ਕਰਦਾ ਜੀ ਕਿ ਜਿੰਨੀ ਬੱਚਿਆਂ ਦੀ ਆਪਣੀ ਮਾਂ ਦੇ ਨਾਲ ਹੈਗੀ ਆ ਗੰਢ ਧੁੱਪ, ਉਨੀ ਬਾਪੂ ਨਾਲ ਨਹੀਂ। ਭਾਵੇਂ ਬਾਪੂ ਡੈਡੀ ਜਿਹਨੂੰ ਅਸੀਂ ਕਹਿੰਦੇ ਹਾਂ, ਜਿੰਨਾ ਮਰਜ਼ੀ ਉਹ ਕਰਦੇ ਆ, ਜਿੱਦਾਂ ਵੀ ਉਹ ਚੱਲਦੇ ਆ, ਸਾਰਾ ਕੁਛ ਠੀਕ ਚੱਲਦਾ ਆ, ਪਰ ਫਿਰ ਵੀ ਜਿਹੜਾ ਇੱਕ ਪਤਾ ਨਹੀਂ ਕਿਉਂ ਬੱਚਿਆਂ ਦੇ ਦਿਲ ਦੇ ਵਿੱਚ ਇੱਕ ਵੱਖਰੀ ਜਿਹੀ ਮਾਂ ਦੇ ਨਾਲ ਸਾਂਝ ਹੁੰਦੀ ਆ। ਤੇ ਉਹ ਜੇ ਗਲਤੀ ਵੀ ਹੋ ਗਈ ਤਾਂ ਵੀ ਮਾਂ ਨੂੰ, ਤੇ ਜੇ ਇਹ ਅਸੀਂ ਮੈਂ ਇਕੱਲੇ ਤੁਹਾਡਾ ਸਾਰ ਬਾਕੀਆਂ ਦੀ ਨਹੀਂ ਗੱਲ ਕਰਦਾ, ਮੇਰਾ ਵੀ ਇਹੀ ਹਾਲ ਹੁੰਦਾ ਸੀ। ਤੇ ਬਾਪੂ ਤੋਂ ਡਰੀ ਜਾਣਾ, ਤਾਂ ਜਿਹੜੀ ਹੌਲੀ ਹੌਲੀ ਗੱਲ ਮਾਂ ਨੂੰ ਦੱਸ ਦੇਣੀ। ਕਈ ਵਾਰੀ ਇੱਧਰ ਆ ਜਾਂਦਾ ਵੀ ਮਾਂ ਹੀ ਬਚਾਉਣ ਵਾਲੀ ਆ। ਤੇ ਇਸ ਕਰਕੇ ਜਿਹੜਾ ਬੱਚਿਆਂ ਨੂੰ ਜਿੱਥੇ ਤੱਕ ਅੱਛਾ ਰੂਪੀ ਜੀ ਗਏ ਸੀ ਤੁਸੀਂ ਅੱਜ, ਤੇ ਮੇਰਾ ਖਿਆਲ ਸੰਗਤ ਬਹੁਤ ਘੱਟ ਆਉਂਦੀ ਹੈ ਨਾ ਜੀ, ਮੱਥਾ ਟੇਕ ਕੇ ਵਾਪਸ ਆਉਣ ਵਾਲੀ ਗੱਲ ਹੈ ਨਾ। ਬਾਕੀ ਵੀ ਸਾਰੇ ਜਗ੍ਹਾ ਇੱਦਾਂ ਹੀ ਹੈ ਜੀ, ਹਜੇ ਗੁਰੂ ਘਰ ਕਿਤੇ ਵੀ ਖੁੱਲ੍ਹੇ ਨਹੀਂ, ਤੇ ਸਭ ਸੰਗਤਾਂ ਮਤਲਬ ਮੱਥਾ ਟੇਕ ਕੇ ਵਾਪਸ ਆ ਜਾਂਦੀਆਂ। ਤੇ ਜਿਹੜੇ ਬੱਚਿਆਂ ਦਾ ਕੰਮ ਹੈ ਜੀ, ਉਹ ਹੈਗਾ ਜ਼ਿਆਦਾਤਰ ਮਾਂ 'ਤੇ ਡਿਪੈਂਡ ਕਰਦਾ, ਕਿਉਂਕਿ ਮਾਂ ਪੁੱਤ ਨੂੰ ਸ਼ੇਰ ਬਣਾ ਸਕਦੀ ਆ। ਹਾਂਜੀ ਕੁਲਵਿੰਦਰ ਕੌਰ ਜੀ ਸਤਿ ਸ੍ਰੀ ਅਕਾਲ। ਬਿਲਕੁਲ ਸਹੀ ਕਹਿੰਦੇ ਆ ਜੀ ਤੁਸੀਂ, ਜਿਹੜਾ ਬੱਚਿਆਂ ਦੇ ਨਾਲ ਮਾਂ ਦਾ ਜਿਹੜਾ ਆ ਉਹ ਨਹੀਂ ਰਹਿੰਦੇ, ਤਾਂ ਮੇਰੇ ਖਿਆਲ ਡੈਡੀ ਨਾਲ ਵੀ ਬਹੁਤ ਬੱਚੇ ਹੈਗੇ ਆ, ਪਰ ਕੁਛ ਇੱਕ ਮਾਂ ਦੇ ਸਾਹਮਣੇ ਗੱਲ ਕਰਨ ਦੇ ਵਿੱਚ ਉਹਨਾਂ ਨੂੰ ਝਿਜਕ ਘੱਟ ਆ। ਪਤਾ ਨਹੀਂ ਡੈਡੀ ਦਾ ਜਿਹੜਾ ਮਸਲਾ ਉਹ ਕੁਛ ਕਿਉਂ ਇੱਦਾਂ ਥੋੜ੍ਹਾ ਜਿਹਾ ਉਹਨਾਂ ਨੂੰ ਡੇਂਜਰਸ ਜਿਹਾ ਲੱਗਦਾ। ਸਾਡੇ ਨਾਲ ਵੀ ਇੱਦਾਂ ਹੋਈ ਆ। ਮੈਂ
ਤੇ ਜਿਹੜਾ ਮਾਂ ਦੇ ਨਾਲ ਜਿਹੜੀ ਆ ਉਹ ਹਰ ਗੱਲ ਵੀ ਹੋ ਜਾਂਦੀ ਹੈ। ਬਿਲਕੁਲ ਪ੍ਰੀਤਮ ਜੀ ਤੁਸੀਂ ਜੋ ਕਿਹਾ, ਮਾਂ ਦੇ ਨਾਲ ਹਰ ਗੱਲ ਹੋ ਜਾਂਦੀ, ਹੁਣ ਡੈਡੀ ਨਾਲ ਵੀ ਹੋ ਜਾਂਦੀ ਹੈ, ਪਰ ਇੱਕ ਰੱਬ ਨੇ ਰਿਸ਼ਤਾ ਹੀ ਇਦਾਂ ਦਾ ਮਾਂ ਦਾ ਬਣਾਤਾ, ਉਹ ਉੱਥੇ ਬੱਚਾ ਬਿਨਾਂ ਝਿਜਕ ਤੋਂ ਜਿਹੜਾ ਹੈ ਨਾ ਉਹ ਮਤਲਬ ਹਰ ਤਰ੍ਹਾਂ ਦੀ ਗੱਲ ਸ਼ੇਅਰ ਕਰ ਲੈਂਦਾ, ਚਾਹੇ ਲੜਕੀ ਹੋਵੇ ਚਾਹੇ ਲੜਕਾ ਹੋਵੇ। ਮੈਂ ਤਾਂ ਇੱਕ ਵਾਰੀ ਆਪਣੀ ਮੰਮੀ ਦੇ ਉੱਤੇ ਛੋਟਾ ਜਿਹਾ ਸ਼ੇਅਰ ਵੀ ਲਿਖਿਆ ਸੀ, ਮਾਂ ਤੂੰ ਹੀ ਮੈਨੂੰ ਵਿਗਾੜਿਆ, ਮਾਂ ਤੂੰ ਹੀ ਮੈਨੂੰ ਵਿਗਾੜਿਆ, ਜਦ ਵੀ ਬਾਪੂ ਨੇ ਜੁੱਤੀ ਚੱਕੀ ਤੂੰ ਫੜ ਕੇ ਮੈਨੂੰ ਮੰਜੇ ਥੱਲੇ ਬਾੜਿਆ। ਮਤਲਬ ਜਦੋਂ ਵੀ ਕੋਈ ਮਸਲਾ ਔਖਾ ਸੌਖਾ ਹੋ ਗਿਆ ਤਾਂ ਫਿਰ ਉਸ ਵੇਲੇ ਇੱਕ ਹੀ ਗਵਾਹ ਬਣਦਾ ਜਿਹੜਾ ਉਹ ਮਾਂ ਆ। ਤੇ ਉਹ ਜਿਹੜੀ ਮਾਂ ਹੈ ਨਾ, ਫਿਰ ਉਹ ਹਰ ਥਾਂ ਤੋਂ ਬੱਚੇ ਨੂੰ ਬਚਾ ਲੈਂਦੀ ਆ, ਤੇ ਕਈ ਗੱਲਾਂ ਬਾਪੂ ਤੋਂ ਲੁਕੋ ਵੀ ਰੱਖ ਜਾਂਦੀ ਹੈ। ਜੇ ਉਹ ਬੱਚਾ ਗਲਤੀ ਕਰੇ ਤੇ ਕੋਸ਼ਿਸ਼ ਕਰਦੀ ਉਹ ਆਪਣੇ ਤਰੀਕੇ ਨਾਲ ਸਮਝਾਉਣ ਦੀ। ਇਸ ਕਰਕੇ ਮੇਰੇ ਹਿਸਾਬ ਨਾਲ ਜਿਹੜਾ ਇਹ ਬੱਚਿਆਂ ਨੂੰ ਇੰਡੀਆ ਲਿਜਾਣ ਦਾ ਜਿਹੜਾ ਹੈਗਾ ਨਾ, ਬੱਚਿਆਂ ਨੂੰ ਇੰਡੀਆ ਬਾਰੇ ਜਾਣਕਾਰੀ ਦੇਣਾ, ਇੰਡੀਆ ਦੇ ਕਲਚਰ ਬਾਰੇ ਦੱਸਣਾ, ਇਸ ਵੇਲੇ ਜੋ ਸਾਡਾ ਮਾਹੌਲ ਹੈ, ਅਸੀਂ ਘਰਾਂ ਦੇ ਵਿੱਚ ਇੰਡੀਆ ਬਾਰੇ ਬਹੁਤ ਅਜੀਬ ਜਿਹੀਆਂ ਗੱਲਾਂ ਕਰਦੇ ਹਾਂ। ਜੇ ਮੰਨ ਲਓ ਜਿੱਦਾਂ ਕਹਦੇ ਅਸੀਂ ਉੱਥੇ ਜੀ ਗੰਦਗੀ ਬਹੁਤ ਆ, ਉੱਥੇ ਜੀ ਲੋਕ ਇੱਦਾਂ ਆ, ਉੱਥੇ ਜੀ ਇੱਦਾਂ ਆ, ਉਹ ਇੱਦਾਂ ਆ। ਜਿਹੜੇ ਇੱਥੇ ਦੇ ਜੰਪਲ ਬੱਚੇ ਆ ਉਹਨਾਂ ਦੀ ਗੱਲ ਦਿਮਾਗ ਦੇ ਵਿੱਚ ਘਰ ਕਰ ਜਾਂਦੀ ਬਹੁਤ ਜਲਦੀ, ਉਹ ਸੋਚਣ ਲੱਗ ਪੈਂਦੇ, ਉਹਨਾਂ ਦੇ ਇੱਕ ਪਿਕਚਰ ਉਹਨਾਂ ਦੇ ਦਿਮਾਗ ਦੇ ਵਿੱਚ ਅਜੀਬ ਜਿਹੀ ਬੈਠ ਜਾਂਦੀ ਵੀ ਪਤਾ ਨਹੀਂ ਇੰਡੀਆ ਕਿੰਨਾ ਖਤਰਨਾਕ ਆ ਜਾਂ ਕਿੱਦਾਂ ਦਾ ਮਾਹੌਲ ਆ ਉੱਥੇ, ਉਹ ਲੋਕ ਕਿੱਦਾਂ ਆ। ਤੇ ਫਿਰ ਉਹ ਕਈ ਵਾਰੀ ਇੱਥੇ ਮੀਡੀਆ 'ਚ ਵੀ ਕਈ ਤਰ੍ਹਾਂ ਦੀਆਂ ਖਬਰਾਂ ਆ ਜਾਂਦੀਆਂ, ਤੇ ਜੇ ਦੇਖਿਆ ਜਾਵੇ ਤਾਂ ਕਿਸੇ ਪਾਸੇ ਘੱਟ ਤਾਂ ਹੈ ਨਹੀਂ, ਸਾਰੇ ਪਾਸੇ ਇਹੀ ਹਾਲ ਆ। ਤੇ ਪਰ ਉਹ ਇੱਕ ਵੱਖਰੀ ਜਿਹੀ ਤਸਵੀਰ ਅਸੀਂ ਕਈ ਵਾਰੀ ਗੱਲਾਂ ਕਰ ਕਰਕੇ ਆਪਣੇ ਬੱਚਿਆਂ ਦੇ ਦਿਮਾਗ ਦੇ ਵਿੱਚ ਬਿਠਾ ਦਿੰਦੇ ਹਾਂ ਕਿ ਉੱਥੇ ਗੰਦਗੀ ਬਹੁਤ ਆ, ਜਾਂ ਉੱਥੇ ਲੋਕੀ ਇੱਦਾਂ ਦੇ ਆ, ਉੱਥੇ ਸਭ ਮਤਲਬ ਹੋ ਰਿਹਾ, ਉੱਥੇ ਜੇ ਆ ਉਹ ਆ। ਇੱਕ ਹੋਰ ਸਭ ਤੋਂ ਬੜੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਖੁੱਲ੍ਹ ਕੇ, ਉਹ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਮੇਨ ਗੱਲ ਮੈਨੂੰ ਲੱਗਦੀ, ਉਹਦੇ ਵਿੱਚ ਨਾ ਅੱਜ ਕੱਲ੍ਹ ਇੱਕ ਆਉਂਦਾ, ਉਹ ਕੀ ਉਹਨੂੰ ਕਹਿੰਦੇ, ਸਟੇਟਸ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਕਹਿ ਰਿਹਾ ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਤੇ ਉਹ ਜਿਹੜੇ ਸਟੇਟਸ ਆ ਨਾ ਜੀ, ਉਹਨਾਂ ਦੇ ਵਿੱਚ ਇਹ ਤਾਇਆ ਚਾਚਿਆਂ ਦੀ, ਮਾਸੀਆਂ ਭੂਆ ਦੀ ਇੱਕ ਵੱਖਰੀ ਜਿਹੀ ਖਰਾਬ ਜਿਹੀ ਪੋਜੀਸ਼ਨ ਕੀਤੀ ਜਾ ਰਹੀ ਹੈ। ਬਾਪੂ ਵਰਗਾ ਕੋਈ ਨਹੀਂ ਹੁੰਦਾ, ਲੱਖ ਹੋਵੇ ਚਾਹੇ ਚਾਚਾ, ਫਲਾਨਾ ਨਹੀਂ ਇੱਦਾਂ ਹੋ ਸਕਦਾ, ਧੈਂਕੜਾ ਨਹੀਂ ਹੋ ਸਕਦਾ। ਇਹ ਚੀਜ਼ਾਂ ਜਿਹੜੀਆਂ ਇਹ ਮੈਨੂੰ ਕੁਛ ਹੱਦ ਤੱਕ ਗਲਤ ਲੱਗਦੀਆਂ ਹੈ ਨਾ। ਕੁਛ ਲੋਕਾਂ ਦੀ ਸੋਚ ਹੋ ਸਕਦੀ ਹੈ ਇੱਦਾਂ ਹੋਵੇ, ਮਾੜੇ ਹੋਣ ਵੀ, ਪਰ ਆਪਾਂ ਸਾਰਿਆਂ ਨੂੰ ਇੱਕ ਰੱਸੀ ਨਾਲ ਨਹੀਂ ਬੰਨ੍ਹ ਸਕਦੇ। ਜੇ ਅਸੀਂ ਕਹੀਏ ਮਾਸੀ ਸਾਡੀ ਤਾਂ ਬਗਾਨੀ ਹੋ ਗਈ, ਤੇ ਅਕਸਰ ਤਾਂ ਉਹ ਵੀ ਦੋ ਭੈਣਾਂ ਸੀ ਇੱਕ ਦਿਨ, ਤੇ ਉਹ ਕਿੱਦਾਂ ਇੰਨਾ, ਮੈਂ ਨਹੀਂ ਕਹਿੰਦਾ 100% ਸਾਰੇ ਸਹੀ ਆ, 10 ਮਾਸੀਆਂ ਦਾ ਹੋ ਵੀ ਸਕਦਾ। ਇਹ ਚੀਜ਼ਾਂ ਨੂੰ ਲੈ ਕੇ ਕੁਛ ਅਸੀਂ ਥੋੜ੍ਹਾ ਜਿਹਾ ਆਪਣੇ ਹਿਸਾਬ ਦੇ ਨਾਲ ਸਮਾਜ ਨੂੰ ਦੇਖਣਾ ਸ਼ੁਰੂ ਕਰ ਦਿੱਤਾ, ਭਾਵੇਂ ਸਾਡੀ ਆਪਣੀ ਗਲਤੀ ਕਿਉਂ ਨਾ ਹੋਵੇ। ਬਹੁਤ ਵਾਰ ਸਾਡੀ ਆਪਣੀ ਗਲਤੀ ਹੁੰਦੀ ਹੈ, ਤੇ ਪਰ ਅਸੀਂ ਉਹਨੂੰ ਸਮਾਜ ਦੇ ਵਿੱਚ ਇਸ ਤਰੀਕੇ ਨਾਲ ਪੇਸ਼ ਕਰ ਦਿੰਦੇ ਹਾਂ ਭਈ ਸਾਡੇ ਜਿਹੜਾ ਸਾਧ ਕੋਈ ਨਹੀਂ ਤੇ ਦੂਜਾ ਜਿਹੜਾ ਚੋਰ ਕੋਈ ਨਹੀਂ, ਹੈ ਨਾ। ਇਸ ਕਰਕੇ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪ੍ਰਵਿੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਤੇ ਉਹ ਅਸੀਂ ਕਈ ਵਾਰੀ ਇੱਦਾਂ ਦੀ ਤਸਵੀਰ ਦੇਖ ਕੇ ਜਾਂ ਉਹੀ ਬੱਚਿਆਂ ਦੇ ਉੱਤੇ ਚੀਜ਼ਾਂ ਘਰ ਕਰੀ ਜਾਂਦੇ ਹਾਂ, ਉਹਦੇ ਨਾਲ ਥੋੜ੍ਹਾ ਜਿਹਾ ਜਿਹੜਾ ਸਾਡੀ ਜਿਹੜੀ ਆਪਣੀ ਮਿੱਟੀ ਦੀ ਖੁਸ਼ਬੂ ਆ, ਜਿਹੜੀ ਸਾਡੀ ਧਰਤੀ ਆ, ਉਹਦੇ ਨਾਲੋਂ ਅਸੀਂ ਹੌਲੀ ਹੌਲੀ ਟੁੱਟਦੇ ਜਾਂਦੇ ਹਾਂ। ਤੇ ਇਹ ਖਾਸ ਕਰਕੇ ਮੈਂ ਤਾਂ ਇਹ ਜ਼ਿਆਦਾਤਰ ਬੇਨਤੀ ਕਰੂੰਗਾ ਕਿ ਤੁਸੀਂ ਜਿੰਨੀਆਂ ਮਾਤਾਵਾਂ ਭੈਣਾਂ, ਜਿੰਨੀਆਂ ਦੇ ਬੱਚੇ ਇੱਥੇ ਬੱਚੇ ਹੋਏ ਆ, ਉਹਨਾਂ ਨੂੰ ਤੁਸੀਂ ਕਮ ਸੇ ਕਮ ਆਪਣਾ ਦੇਸ਼ ਜਿਹੜਾ ਆ ਉਹਦੇ ਨਾਲ ਜਿਹੜੀ ਸਾਂਝ ਪਾਉਣ ਦਾ ਤਰੀਕਾ ਜਿੰਨਾ ਤੁਸੀਂ ਆਸਾਨੀ ਨਾਲ ਪਾ ਸਕਦੇ ਹੋ, ਉਹਨਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਹੋਰ ਤਰੀਕੇ ਨਾਲ ਸਮਝਾ ਸਕਦਾ ਹੋਵੇ। ਤੇ ਜਿਹੜੀ ਵਿੱਦਿਆ ਮਾਂ ਦਿੰਦੀ ਹੈ ਨਾ ਜੀ, ਸਤਿ ਸ਼੍ਰੀ ਅਕਾਲ ਰਵੀ ਜੀ, ਸਤਿ ਸ਼੍ਰੀ ਅਕਾਲ। ਜਿਹੜੀ ਵਿੱਦਿਆ ਮਾਂ ਦਿੰਦੀ ਹੈ ਨਾ ਜੀ, ਉਹ ਕਿਸੇ ਯੂਨੀਵਰਸਿਟੀ 'ਚੋਂ ਜਾਂ ਕਿਸੇ ਕਾਲਜ 'ਚੋਂ ਨਹੀਂ ਮਿਲਦੀ। ਉਹ ਸਭ ਤੋਂ ਜਿਹੜੀ ਵੱਡੀ ਵਿੱਦਿਆ ਉਹ ਮਾਂ ਜਿਹੜੀ ਆ ਉਹ ਹੀ ਦੇ ਸਕਦੀ ਹੈ। ਤੇ ਬਾਪੂ ਦਾ ਤਾਂ ਮੈਂ ਦੇਖਦਾ ਸੀ ਵੀ ਉਹਦਾ ਕੰਮ ਤਾਂ ਕਮਾ ਕੇ ਲਿਆ ਉਹਨਾਂ, ਤੇ ਸ਼ਾਮ ਨੂੰ ਆ ਕੇ ਉਹ ਰੋਟੀ ਖਾਂਦਾ, ਰੋਟੀ ਖਾ ਕੇ ਉਹ ਆਪਣੇ ਮਾੜੀ ਮੋਟੀ ਸਤਿ ਸ੍ਰੀ ਅਕਾਲ ਜੇ ਬੱਚਿਆਂ ਨੂੰ ਮਿਲਦਾ, ਜਾਂ ਨਹੀਂ ਵੀ ਮਿਲਦਾ, ਕਈ ਵਾਰੀ ਬੱਚੇ ਲੇਟ ਬਾਪੂ ਇੰਨੇ ਆਉਂਦੇ ਆ, ਡੈਡੀ ਜਿਹਨਾਂ ਨੂੰ ਅਸੀਂ ਕਹਿੰਦੇ ਆ ਲੇਟ ਆਉਂਦੇ ਐ, ਵੀ ਉਹ ਕਈ ਵਾਰੀ ਹਫ਼ਤਾ ਇੱਥੇ ਦੀ ਯੂਰਪ ਦੀ ਦੁਨੀਆ ਦੇ ਵਿੱਚ ਅਸੀਂ ਬੱਚਿਆਂ ਨੂੰ ਮਿਲਦੇ ਨਹੀਂ। ਮੇਰੇ ਨਾਲ ਵੀ ਕਈ ਵਾਰੀ ਇੱਦਾਂ ਹੁੰਦਾ ਵੀ ਕਈ ਵਾਰੀ ਹਫ਼ਤਾ ਨਹੀਂ ਮਿਲਦੇ, ਵੀਕਐਂਡ 'ਤੇ ਮੇਲ ਹੁੰਦਾ। ਤੇ ਜੇ ਅਸੀਂ ਦੇਖੀਏ ਤਾਂ ਜਿਹੜੀ ਮਾਂ ਉਹ ਹਰ ਤਰੀਕੇ ਨਾਲ ਬੱਚਿਆਂ ਦੇ ਨਾਲ ਰਹਿੰਦੀ ਆ, ਹਰ ਉਹ ਦੁੱਖ ਸੁੱਖ ਸਾਂਝਾ ਖਾਸ ਕਰਕੇ ਲੜਕੀਆਂ ਨਾਲ ਬਹੁਤ ਜ਼ਿਆਦਾ। ਤੇ ਜੇ ਮਾਂ ਇਸ ਪਾਸੇ ਨੂੰ ਆਪਾਂ ਥੋੜ੍ਹਾ ਜਿਹਾ ਲਿਜਾਣ ਦੀ ਕੋਸ਼ਿਸ਼ ਕਰੀਏ
ਤੇ ਬੱਚੇ ਜਿਹੜੇ ਆਪਣੇ ਉਹ ਬਹੁਤ ਤਰੀਕੇ ਦੇ ਨਾਲ, ਬਹੁਤ ਵਧੀਆ ਢੰਗ ਦੇ ਨਾਲ ਉਹ ਆਪਣੀ ਮਿੱਟੀ ਨਾਲ ਜੁੜ ਸਕਦੇ ਆ। ਔਰ ਤੁਸੀਂ ਕੋਸ਼ਿਸ਼ ਇੱਕ ਹੋਰ ਕਰਿਆ ਕਰੋ, ਮੇਰਾ ਇੱਕ ਸੁਝਾਅ ਹੀ ਆ, ਜਦੋਂ ਆਪਾਂ ਜਾਂਦੇ ਹਾਂ ਪੰਜਾਬ ਦੇ ਵਿੱਚ ਬਹੁਤ ਆਪਣੇ ਕਲਚਰ ਨਾਲ ਸੰਬੰਧਿਤ ਚੀਜ਼ਾਂ ਆ, ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਉਹਨਾਂ ਥਾਂ 'ਤੇ ਲਿਜਾਣ ਦੀ। ਦੇਖੋ ਅਸੀਂ ਇੱਥੋਂ ਗੋਰੇ ਲੈ ਕੇ ਜਾਂਦੇ ਹਾਂ, ਅਸੀਂ ਉਹਨਾਂ ਨੂੰ ਗੁੜ ਬਣਦਾ ਵੀ ਦਿਖਾਉਂਦੇ ਹਾਂ। ਜੇ ਮੈਨੂੰ ਕੋਈ ਪੁੱਛੇ ਤੇ ਇਹਦਾ ਕੀ ਦੇਖਣਾ, ਨਹੀਂ, ਉਹ ਵੀ ਇੱਕ ਚੀਜ਼ ਆ, ਹੈ ਨਾ, ਭਾਵੇਂ ਉਹ ਛੋਟੇ ਲੈਵਲ 'ਤੇ ਚਾਹੇ ਬੜੇ ਲੈਵਲ 'ਤੇ, ਪਰ ਉਹ ਜਦੋਂ ਅਸੀਂ ਬਣਦਾ ਦਿਖਾਉਂਦੇ ਹਾਂ, ਰਸ ਪਿਲਾਉਂਦੇ ਹਾਂ, ਲੱਸੀ ਬਣਾਉਂਦੇ ਹਾਂ। ਮੈਂ ਪਿਛਲੀ ਵਾਰੀ ਆਪਣੇ ਪਿੰਡ ਜਿੱਥੇ ਮੇਰਾ ਆਪਣਾ ਬਚਪਨ ਬੀਤਿਆ, ਉੱਥੇ ਮੈਂ ਲੈ ਕੇ ਗਿਆ ਉਹਨਾਂ ਨੂੰ, ਉੱਥੇ ਆਂਢ ਗੁਆਂਢ ਦੇ ਲੋਕਾਂ ਨੂੰ ਮਿਲਾਇਆ, ਜਿਹੜੇ ਮੈਨੂੰ ਛੋਟੇ ਹੁੰਦੇ ਨੂੰ ਜਿਨ੍ਹਾਂ ਨੇ ਦੇਖਿਆ ਸੀ ਉਹਨਾਂ ਦੇ ਨਾਲ ਮਿਲਾਇਆ, ਗਰੁੱਪ ਮੇਰਾ ਪੂਰਾ ਸੀਗਾ। ਅਤੇ ਉਹ ਚੀਜ਼ਾਂ ਜਿਹੜੀਆਂ ਸਾਡੇ ਨਾ ਜਿਹੜੀ ਇੱਕ ਖਿੱਚ ਪੈਂਦੀ ਆ, ਜਿਹੜੀ ਆਪਣੇ ਬੱਚੇ ਆ, ਜੇ ਅਸੀਂ ਉੱਥੇ ਲਿਜਾਵਾਂਗੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸਾਂਗੇ, ਜਿਹੜੀਆਂ ਨਕਲੀ ਗੱਲਾਂ ਉਹਨਾਂ ਦਾ ਤਿਆਗ ਕਰਾਂਗੇ, ਤਾਂ ਮੈਨੂੰ ਨਹੀਂ ਲੱਗਦਾ ਵੀ ਬੱਚਿਆਂ ਦੇ ਵਿੱਚ ਰੁਚੀ ਨਾ ਵਧੂਗੀ। ਅਤੇ ਉਹਦੇ ਨਾਲ ਇਹ ਹੁੰਦਾ ਵੀ ਜਿਹੜਾ ਬੱਚੇ ਸਾਡੇ ਆ ਉਹਨਾਂ ਨੂੰ ਥੋੜ੍ਹਾ ਬਹੁਤ ਇਸ ਚੀਜ਼ ਦਾ ਸ਼ੌਕ ਪੈਂਦਾ, ਉਹਨਾਂ ਨੂੰ ਇਹ ਚੀਜ਼ ਦਾ ਮਨ ਕਰਦਾ ਉਹਨਾਂ ਦਾ ਅਗਲੀ ਵਾਰੀ ਜਾਣ ਨੂੰ ਵੀ। ਅਤੇ ਜੇ ਆਪਾਂ ਮਿੱਟੀ ਘੱਟੇ ਦੀਆਂ ਗੱਲਾਂ ਕਰੀਏ, ਮਿੱਟੀ ਘੱਟਾ ਤਾਂ ਹਰ ਜਗ੍ਹਾ ਹੀ ਹੈ ਜੀ, ਜਿੱਥੇ ਮਰਜ਼ੀ ਚੱਲ ਜਾਓ। ਅਤੇ ਜੇ ਕਹੀਏ ਤਾਂ ਬੈਲੀਆਂ 'ਚ ਨਹੀਂ, ਮੈਂ ਇੱਥੇ ਅਸੀਂ ਮਿੱਟੀ 'ਚ ਵੀ ਕੰਮ ਕੀਤਾ, ਹੁਣ ਠੀਕ ਹੈ ਆਪਣਾ ਅੰਦਰਾਂ 'ਚ ਬੈਠੇ ਆ, ਪਰ ਜਿਹੜੇ ਬਾਹਰ ਲੋਕ ਖੇਤਾਂ ਦੇ ਵਿੱਚ ਕੰਮ ਕਰਦੇ ਉਹ ਮਿੱਟੀ ਘੱਟੇ ਵਾਲਾ ਵੀ ਹੈਗਾ ਹੀ ਹੈ, ਇੱਦਾਂ ਦਾ ਨਹੀਂ ਹੈਗਾ, ਸਾਰਾ ਪਿਆ ਆਪਾਂ ਸਾਫ਼ ਸੁਥਰੇ ਆ। ਇਹ ਠੀਕ ਆ, ਉੱਥੇ ਗਰਮੀ ਨਾਲ ਜਿਹੜਾ ਕਲਰ ਆ ਦੂਏ ਦਿਨ ਕਾਲਾ ਹੋ ਜਾਂਦਾ, ਇੱਥੇ ਹਫ਼ਤੇ ਨਾਲ ਹੁੰਦਾ, ਉਹ ਤਾਂ ਇੱਥੇ ਵੀ ਇੱਦਾਂ ਹੀ ਆ। ਅਤੇ ਆਪਾਂ ਜੇ ਥੋੜ੍ਹੀ ਬਹੁਤੀ ਕੋਸ਼ਿਸ਼ ਕਰੀਏ ਅਤੇ ਆਪਾਂ ਜਿਹੜੇ ਬੱਚੇ ਆ ਉਹਨਾਂ ਨੂੰ ਆਪਣੀ ਮਿੱਟੀ ਨਾਲ ਜੋੜ ਸਕਦੇ ਹਾਂ। ਔਰ ਮੈਂ ਸਮਝਦਾ ਵੀ ਇਹ ਬਹੁਤ ਜ਼ਰੂਰੀ ਆ ਥੋੜ੍ਹਾ ਬਹੁਤਾ। ਕਈ ਵਾਰੀ ਆਪਾਂ ਇਹ ਸੋਚਦੇ ਹਾਂ ਕਿ ਉੱਥੇ ਜਾ ਕੇ ਬੱਚਿਆਂ ਨੂੰ ਖਾਣ ਪੈਣ ਕਿੱਦਾਂ ਰਹੂਗਾ, ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ, ਇਹ ਨਹੀਂ ਗੱਲ ਹੈਗੀ। ਹੁਣ ਅਸੀਂ ਜਾਂਦੇ ਹਾਂ, ਅਸੀਂ ਉੱਥੇ ਜੰਮ ਪਾਲਿਆ, ਉੱਥੋਂ ਆਏ ਹਾਂ, ਸਾਨੂੰ ਕਈ ਵਾਰੀ ਇੱਦਾਂ ਦੀ ਚੀਜ਼ਾਂ ਉੱਥੇ ਔਖਾ ਕਰਦੀਆਂ, ਸਾਨੂੰ ਲੱਗਦਾ ਵੀ ਅਸੀਂ ਥੋੜ੍ਹਾ ਜਿਹਾ ਹੁਣ ਇਹ ਹੈਗਾ ਮਤਲਬ ਮੁਸ਼ਕਿਲ ਲੱਗਦੀ ਆ, ਔਖਿਆਈ ਲੱਗਦੀ ਆ, ਅਤੇ ਪਰ ਫਿਰ ਵੀ ਸਾਡਾ ਹੈ ਜੀ, ਹੈ ਨਾ, ਸਾਡਾ ਉੱਥੇ ਕਲਚਰ ਆ, ਸਾਡਾ ਉੱਥੇ ਹੈ ਨਾ, ਅਸੀਂ ਗੱਡਿਆਂ ਦੇ ਉੱਤੇ ਬੈਠੇ ਹਾਂ। ਤੁਹਾਨੂੰ ਪਤਾ ਗਾਂਧੀ ਕੀ ਹੁੰਦੀ? ਗਾਂਧੀ ਪਤਾ ਨਹੀਂ ਕਿਸੇ ਨੂੰ ਗਾਂਧੀ ਕੀ ਹੁੰਦੀ ਹੈ? ਕਾੜ੍ਹਨ ਜਾਂ ਦੁੱਧ ਪੀਤਾ ਆ ਦਧੂਨੇ 'ਚੋਂ ਕੱਢ ਕੇ, ਇਹ ਚੀਜ਼ਾਂ ਜਦੋਂ ਉੱਥੇ ਬੱਚਿਆਂ ਨੂੰ ਦੱਸੋਗੇ ਇੱਕ ਵਾਰੀ ਹੱਸਣਗੇ, ਪਰ ਇੰਟਰਸਟ ਬੜਾ ਬਣ ਜੂ ਉਹਨਾਂ ਦਾ। ਅਤੇ ਗਾਂਧੀ 'ਤੇ ਬੈਠ ਕੇ ਝੂਟੇ ਲੈ ਉਹ ਆ, ਹੈ ਨਾ, ਅਤੇ ਉਹ ਅੱਜ ਵੀ ਬੋਹੜ ਜੀਂਦੇ ਆ ਜਿਹਨਾਂ 'ਤੇ ਪੀਂਘਾਂ ਪਾ ਕੇ ਅਸੀਂ, ਹੈ ਨਾ, ਅਤੇ ਆਪਾਂ ਪੀਂਘਾਂ ਪਾਉਂਦੇ ਰਹੇ ਹਾਂ। ਔਰ ਉਹਨਾਂ ਬੋਹੜਾਂ ਦੇ ਉੱਤੇ ਇੱਦਾਂ ਚੜ੍ਹ ਜਾਂਦੇ ਜਿੱਦਾਂ ਅੱਜ ਬਾਂਦਰ ਚੜ੍ਹਦਾ। ਅਤੇ ਹੁਣ ਉਹ ਚੀਜ਼ਾਂ ਜਿਹੜੀਆਂ ਉਹ ਸਾਡੇ ਬੱਚਿਆਂ ਤੋਂ ਜਿਹੜੀਆਂ ਉਹ ਬਹੁਤ ਦੂਰ ਚਲੇ ਗਈਆਂ, ਹੈ ਨਾ। ਅਤੇ ਜੇ ਅਸੀਂ ਕੋਸ਼ਿਸ਼ ਕਰੀਏ ਥੋੜ੍ਹੀ ਬਹੁਤੀ, ਅਤੇ ਜਾਂਦੇ ਤਾਂ ਹੈਗੇ ਆਪਾਂ, ਅਤੇ ਰਿਸ਼ਤੇਦਾਰੀਆਂ 'ਚ ਵੀ ਜਾਣਾ ਪੈਂਦਾ ਸਾਰਾ, ਮਤਲਬ ਆਪਾਂ ਉੱਥੇ ਜਾ ਕੇ ਕਈ ਵਾਰੀ ਇੱਦਾਂ ਕਰੀਦਾ ਜਿਹੜਾ ਬਹੁਤ ਪੋਚ ਕੇ ਪੈਰ ਰੱਖੀਦੇ ਆ, ਡਰ ਕੇ ਪਤਾ ਨਹੀਂ ਇੱਥੇ ਕੀ ਹੋ ਜਾਣਾ। ਅਤੇ ਪਰ ਇਹ ਨਹੀਂ ਮੈਂ ਕਹਿੰਦਾ ਵੀ ਆਪਾਂ ਨੂੰ ਉੱਥੇ ਧਿਆਨ ਨਹੀਂ ਰੱਖਣਾ ਚਾਹੀਦਾ, ਧਿਆਨ ਰੱਖਣਾ ਚਾਹੀਦਾ। ਜਿਹੜੇ ਇੱਥੇ ਦੇ ਬੱਚੇ ਆ ਉਹਨਾਂ ਲਈ ਨੋਰਮਲ ਉੱਥੇ ਮੁਸ਼ਕਿਲ ਬਣ ਜਾਂਦੀ ਆ, ਪਰ ਫਿਰ ਵੀ ਕੋਸ਼ਿਸ਼ ਆਪਾਂ ਕਰੀਏ ਕਿ ਜਿੰਨਾ ਆਪਾਂ ਆਪਣੇ ਬੱਚਿਆਂ ਨੂੰ ਲਿਜਾਈਏ। ਇਹ ਬਹੁਤ ਸੋਹਣਾ ਅੱਜ ਰਣਜੀਤ ਕੌਰ ਉਹਨਾਂ ਨੇ ਮੈਟਰ ਦਿੱਤਾ ਮੈਨੂੰ ਕਿ ਆਪਾਂ ਬੱਚਿਆਂ ਨੂੰ ਰੁਚੀ ਬੱਚਿਆਂ 'ਚ ਪੈਦਾ ਕਰੀਏ। ਬੱਚੇ ਜਿਹੜੇ ਆਪਣੇ ਉਹ ਇੰਡੀਆ ਵਾਸਤੇ ਜਾਣ, ਇੰਡੀਆ ਜਾਣ ਜਾਂ ਇੰਡੀਆ ਬਾਰੇ ਸੋਚਣ ਜਾਣ। ਪਰ ਇਹ ਆ ਵੀ ਇੱਕ ਉਹਦੇ ਵਿੱਚ ਸਭ ਤੋਂ ਜਿਹੜੀ ਮੇਨ ਗੱਲ ਆ, ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਨਾਲ ਜੋੜ ਦੋਗੇ ਨਾ, ਉਨੀ ਦੇਰ ਉਹ ਜਦੋਂ ਉਹ ਜੁੜ ਗਿਆ ਆਪਣੀ ਭਾਸ਼ਾ ਨਾਲ, ਫਿਰ ਉਹਨਾਂ ਨੂੰ ਲਿਟਰੇਚਰ ਦਿਓ। ਸਾਡਾ ਸਾਡਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਜਿਹੜਾ ਕਲਚਰ ਆ ਨਾ ਬਹੁਤ ਅਮੀਰ ਆ। ਅਤੇ ਜਦੋਂ ਉਹਨਾਂ ਨੂੰ ਗੋਰੇ ਪੜ੍ਹਦੇ ਆ ਜੀ, ਇੱਥੇ ਜਿਹੜੇ ਗੋਰੇ ਆ ਨਾ, ਉਹ ਇੰਡੀਆ ਦੀਆਂ ਕਿਤਾਬਾਂ ਜਾਂ ਪੰਜਾਬ ਬਾਰੇ, ਕਈ ਵਾਰੀ ਅਸੀਂ ਸਿੱਖੀਜ਼ਮ ਬਾਰੇ, ਮੈਂ ਇੱਕ ਵਾਰੀ ਗਰੁੱਪ ਲੈ ਕੇ ਗਿਆ ਸੀ, ਹਰਿਮੰਦਰ ਸਾਹਿਬ ਗਿਆ ਸੀ, ਜਦੋਂ ਵਾਪਸ ਆਏ 3 ਮਹੀਨੇ ਬਾਅਦ ਮੈਨੂੰ ਜਨਾਨੀ ਨੇ ਉਹ ਗੱਲਾਂ ਹਰਿਮੰਦਰ ਸਾਹਿਬ ਬਾਰੇ ਜਾਂ ਸਿੱਖੀਜ਼ਮ ਬਾਰੇ ਦੱਸ ਦਿੱਤੀਆਂ ਜਿਹੜੀਆਂ ਮੈਨੂੰ ਖੁਦ ਨੂੰ ਨਹੀਂ ਸੀ ਪਤਾ। ਮਤਲਬ ਉਹਨੂੰ ਬੁੱਕਾਂ ਖਰੀਦੀਆਂ ਆ ਕੇ, ਇੱਥੇ ਬੁੱਕਾਂ ਬਸਟੇਲ ਕਰਾ ਕੇ ਲਈਆਂ। ਉਹਦੇ ਨਾਲ ਕੀ ਹੋਇਆ, ਉਹਨੂੰ ਇੰਨੀ ਨੌਲੇਜ ਹੋ ਗਈ, ਮੈਨੂੰ ਖੁਦ ਨੂੰ ਨਹੀਂ ਸੀ ਇਹਨਾਂ ਗੱਲਾਂ ਦਾ ਪਤਾ ਜਿਹੜੀਆਂ ਗੱਲਾਂ ਉਹਨੇ ਮੈਨੂੰ ਦੱਸ ਦਿੱਤੀਆਂ। ਅਤੇ ਇਸ ਕਰਕੇ ਜੇ ਅਸੀਂ ਉਹ ਫਿਰ ਜਦੋਂ ਬੱਚੇ ਪੰਜਾਬੀ ਪੜ੍ਹਨਗੇ, ਪੰਜਾਬੀ ਦੇ ਨਾਲ ਫਿਰ ਉਹਨਾਂ ਨੂੰ ਪੰਜਾਬੀ ਲਿਟਰੇਚਰ ਜੁੜੂਗਾ ਉਹਨਾਂ ਦੇ ਨਾਲ, ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਸਾਡਾ ਪੰਜਾਬ ਕੀ ਆ। ਅਤੇ ਜੇ ਤੁਸੀਂ ਸਭ ਤੋਂ ਹਮੇਸ਼ਾ ਇੱਕੋ ਹੀ ਸਭ ਤੋਂ ਬੜੀ ਗੱਲ ਹੁੰਦੀ ਹੈ, ਜਦੋਂ ਕਿਸੇ ਨੂੰ ਤੋੜਨਾ ਹੋਵੇ ਉਹਦੀ ਬੋਲੀ ਖੋਲ੍ਹ ਲਓ। ਅਤੇ ਜਦੋਂ ਬੋਲੀ ਖੋਲ੍ਹੇ ਤਾਂ ਫਿਰ ਤੁਸੀਂ ਆਪਣੇ ਨਾਲੋਂ ਟੁੱਟ ਜਾਂਦੇ ਆ।
ਇਸੇ ਕਰਕੇ ਹਰ ਅਸੀਂ ਪੰਜਾਬੀ ਨੂੰ ਹਰ ਬੋਲੀ ਜਿਹੜਾ ਵੀ ਦੇਸ਼ ਦੀ ਬੋਲੀ ਆ ਉਹਨੂੰ ਸਾਰੇ ਜਣੇ ਇਸੇ ਕਰਕੇ ਮਾਂ ਬੋਲੀ ਕਹਿੰਦੇ ਆ। ਮਾਂ ਬੋਲੀ ਦਾ ਮਤਲਬ ਸਿਰਫ ਇਹੀ ਆ ਵੀ ਉਹ ਜਿਹੜੀ ਭਾਸ਼ਾ ਆ ਨਾ ਉਹ ਇੱਕ ਮਾਂ ਵਾਲਾ ਰੋਲ ਅਦਾ ਸਾਡੇ ਲਈ ਕਰਦੀ ਆ। ਤੇ ਜੇ ਮਾਂ ਵਾਲਾ ਰੋਲ ਕਰਦੀ ਤਾਂ ਫਿਰ ਸਾਡਾ ਮਾਂ ਦੇ ਨਾਲ ਜੁੜੇ ਰਹਿਣਾ ਤਾਂ ਬਹੁਤ ਜ਼ਰੂਰੀ ਆ ਨਾ ਜੀ। ਇਸ ਕਰਕੇ ਜਿਹੜਾ ਸਾਨੂੰ ਬਹੁਤ ਜ਼ਰੂਰੀ ਗੱਲ ਬਣਦੀ ਹੈ ਵੀ ਅਸੀਂ ਕੀ ਹੋ ਗਿਆ ਭਾਜੀ, ਕੀ ਹੋ ਗਿਆ, ਵੈਰੀ ਸੈਡ। ਚਲੋ ਕੋਈ ਲੈ ਰਿਹਾ ਤੇ ਉਹ ਆਪਾਂ ਨੂੰ ਬਹੁਤ ਜ਼ਰੂਰੀ ਆ ਵੀ ਆਪਾਂ ਆਪਣੀ ਬੋਲੀ ਦੇ ਨਾਲ ਜੁੜੀਏ, ਆਪਣੇ ਪਹਿਰਾਵੇ ਦੇ ਨਾਲ ਜੁੜੀਏ, ਆਪਣਾ ਕਲਚਰ ਹੈ ਜਿਹੜਾ ਉਹਦੇ ਨਾਲ ਜੁੜੀਏ, ਔਰ ਬੱਚਿਆਂ ਨੂੰ ਆਪਣੇ ਦਾਦੀ ਵਾਲੀਆਂ ਕਹਾਣੀਆਂ ਸੁਣਾਈਏ ਜਿਹੜੀਆਂ ਦਾਦੀ ਸਾਨੂੰ ਸੁਣਾਉਂਦੀ ਹੁੰਦੀ ਸੀ। ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਨਹੀਂ ਵੀ ਬੱਚਿਆਂ ਨੂੰ ਕੋਈ ਇੱਥੇ ਮਾਂ ਜਿਹੜੀ ਉਹ ਬਾਤ ਪਾ ਕੇ ਸੁਣਾਉਂਦੀ ਹੋਵੇ। ਅਸੀਂ ਅੱਧੀ ਅੱਧੀ ਰਾਤ ਤੱਕ ਜੇ ਹੋਰ ਕੁਛ ਨਹੀਂ ਸੁਣਦਾ ਤਾਂ ਮਾਂ ਤੋਂ ਦਾਦੀ ਆਪਣੀ ਤੋਂ ਬਾਤਾਂ ਸੁਣਦੇ ਹੁੰਦੇ ਸੀ। ਔਰ ਬਾਤਾਂ ਵੀ ਇੱਦਾਂ ਦੀਆਂ ਹੋਣੀਆਂ, ਕਈ ਵਾਰੀ ਅਸੀਂ ਹੱਸਣਾ ਬੜਾ, ਦਾਦੀਆਂ ਨੇ ਕਈ ਵਾਰੀ ਇੱਦਾਂ ਦੀ ਛੂਲੀ, ਹੁਣ ਮੈਂ ਇੱਥੇ ਬੋਲ ਨਹੀਂ ਸਕਦਾ, ਇੱਦਾਂ ਦੀਆਂ ਛੂਲੀ ਜਾਂ ਗੱਲਾਂ ਕਰ ਦੇਣੀਆਂ, ਅਸੀਂ ਹੱਸ ਹੱਸ ਕੇ ਸਾਡੇ ਢਿੱਡ ਪੱਕ ਜਾਣੇ। ਉਸ ਵੇਲੇ ਸਾਡੇ ਬੱਚੇ ਇਸ ਨਹੀਂ ਸੁਣਦੇ ਔਰ ਅਸੀਂ ਬਹੁਤ ਖੁਸ਼ ਸੀਗੇ ਉਹਨਾਂ ਕਲਚਰਾਂ ਦੇ ਨਾਲ। ਅੱਜ ਸਾਨੂੰ GSM ਨੇ ਸਾਡੇ ਪਰਿਵਾਰ ਨਾਲ ਤੋੜ ਲਿਆ। ਇਹ ਨਹੀਂ ਕਹਿੰਦਾ ਵੀ ਇਹ ਤੋਂ ਬਗੈਰ ਗੁਜ਼ਾਰਾ, ਇਹ ਤੋਂ ਬਗੈਰ ਵੀ ਗੁਜ਼ਾਰਾ ਨਹੀਂ ਹੈਗਾ। ਪਰ ਅੱਜ ਸਾਨੂੰ ਜੇ ਦੇਖਿਆ ਜਾਵੇ ਤਾਂ ਸਾਡਾ ਜਿਹੜਾ, ਥੈਂਕ ਯੂ ਰਵੀ ਜੀ, ਤੇ ਜਿਹੜਾ ਸਾਨੂੰ ਆਪਣੇ ਪਰਿਵਾਰਾਂ ਨਾਲੋਂ ਇਹਨਾਂ ਚੀਜ਼ਾਂ ਨੇ ਬਹੁਤੀ ਜਿਹੜੀ ਤਕਨੀਕ ਹੈ ਇਹਨੇ ਤੋੜ ਦਿੱਤਾ। ਹੁਣ ਬਾਤਾਂ ਦੇ ਦਿਨ ਗਏ, ਮੈਨੂੰ ਮੈਦ ਨਹੀਂ ਕਿ ਹੁਣ ਕਿਸੇ ਨੂੰ ਚੰਗੀ ਤਰ੍ਹਾਂ ਬਾਤਾਂ ਪਾਉਣੀਆਂ ਵੀ ਆਉਂਦੀਆਂ। ਅੱਛਾ ਤੁਸੀਂ ਦੱਸੋ, ਆਪਾਂ ਹੁਣ ਇਸ ਵੇਲੇ 8-10 ਜਣੇ ਆਨਲਾਈਨ ਬੈਠੇ ਆ, ਕਿਹਨੂੰ ਕਿਹਨੂੰ ਬਾਤਾਂ ਯਾਦ ਆ ਆਪਣੀ ਦਾਦੀ ਦੀਆਂ? ਹੈ ਯਾਦ ਜੀ ਕੋਈ? ਕੋਈ ਹੈ? ਕੋਈ ਬਾਤ ਸੁਣਾਓ ਜੇ ਕਿਸੇ ਨੂੰ ਪਤਾ ਤਾਂ, ਹੈ ਨਾ। ਫਿਰ ਉਹ ਜਿਹੜੇ ਆਪਾਂ ਦਦੂਨੇ ਕਾਰਡ ਨੇ, ਇਹ ਚੀਜ਼ਾਂ ਸਾਰੀਆਂ ਤੋਂ ਦੂਰ ਚਲੇ ਗਏ ਆ। ਤੇ ਹਾਂਜੀ ਠੀਕ ਆ, ਬਿਲਕੁਲ ਰਵੀ ਜੀ, ਜੋ ਜਿੱਦਾਂ ਵੀ ਮਰਜ਼ੀ ਆ ਤੁਸੀਂ ਪੜ੍ਹਦੇ ਆ, ਤੁਸੀਂ ਤੁਹਾਡੀ ਭਾਸ਼ਾ ਇੰਗਲਿਸ਼ ਆ, ਇਸ ਕਰਕੇ ਤੁਸੀਂ ਇੰਗਲਿਸ਼ 'ਚ ਪੜ੍ਹਦੇ ਆ। ਪਰ ਜੇ ਤੁਸੀਂ ਉਹਦੇ ਨਾਲ ਪੰਜਾਬ ਬਾਰੇ ਪੜ੍ਹੋ ਜਾਂ ਤੁਹਾਨੂੰ ਇੰਡੀਆ ਬਾਰੇ ਪੜ੍ਹੋ, ਇਹ ਰਣਜੀਤ ਕੌਰ ਜੀ ਤੁਹਾਨੂੰ ਮੈਂ ਕੀ ਦੱਸਾਂ, ਇਹ ਬਹੁਤ ਸਾਡੇ ਲਈ ਸ਼ਰਮ ਦੀ ਗੱਲ ਆ। ਜੇ ਸੱਚ ਪੁੱਛੋ ਨਾ, ਅੱਜ ਜਿੰਨੇ ਵੀ ਗਲਤ ਕੰਮ ਕਰ ਰਹੇ ਆ ਪੰਜਾਬੀ ਕਰ ਰਹੇ ਆ, ਹੋਰ ਇਹ ਕਿਤੇ ਨਹੀਂ। ਜਿਹੜੀ ਇਹ ਤੁਸੀਂ ਗੱਲ ਚੱਕੀ ਹੈ ਨਾ ਜੀ, ਜਿੰਨੀ ਇਹ ਗੱਲ ਇਹ ਸਾਡੇ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈ ਨਾ, ਜੇ ਇੱਥੋਂ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਾਂ, ਮੈਂ ਪੂਰੇ ਹਿੰਦੁਸਤਾਨ 'ਚ ਘੁੰਮਿਆ। ਤੁਹਾਨੂੰ ਇੱਕ ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਣਾ, ਮੈਂ ਪੂਰੇ ਹਿੰਦੁਸਤਾਨ ਦੇ ਵਿੱਚ ਘੁੰਮਿਆ ਜੀ। ਮੈਂ ਹੁਣ ਜਿਹੜੀ ਗੱਲ ਮੈਂ ਤੁਹਾਡੇ ਗੱਲ ਦਾ ਜਵਾਬ ਦੇਣ ਲੱਗਾ, ਦੇਖੋ ਮੈਂ ਪੂਰੇ ਹਿੰਦੁਸਤਾਨ 'ਚ ਘੁੰਮਿਆ ਜੀ। ਇਹ ਤਾਂ ਤੁਸੀਂ, ਸਾਡੀ ਬਹੁਤ ਕਿਸਮਤ ਚੰਗੀ ਆ ਕਿ ਕੈਨੇਡਾ ਆਸਟ੍ਰੇਲੀਆ ਵਾਲਿਆਂ ਨੇ ਸਾਡੇ ਕਾਨੂੰਨ ਦੇ ਵਿੱਚ ਸਾਡੇ ਬੱਚਿਆਂ ਲਈ ਆਈਲੈਟ ਕਰਨੀ ਜ਼ਰੂਰੀ ਕਰ ਦਿੱਤੀ। ਬੱਚੇ ਸਾਡੇ ਪੜ੍ਹਨ ਲੱਗ ਪਏ, ਨਹੀਂ ਤਾਂ ਅਸੀਂ ਇਸ ਪਾਸੋਂ ਵੀ ਥੱਲੇ ਚਲੇ ਗਏ ਸੀਗੇ। ਸਭ ਤੋਂ ਜਿਹੜੀ ਖਤਰਨਾਕ ਗੱਲ ਹੈ, ਇਹ ਜਿਹੜਾ ਕੇਸ ਹੋ ਰਿਹਾ ਨਾ, ਔਰ ਕਰ ਵੀ ਬਹੁਤ ਕੌਣ ਕਰ ਰਿਹਾ ਜੀ, ਸਾਡੇ ਆਪਣੇ ਬਹੁਤ ਜਿਹੜੇ ਲੋਕ ਆਪਣੇ ਆਪ ਨੂੰ ਬਣੇ ਫਿਰਦੇ ਆ। ਔਰ ਇਹਦਾ ਕਸੂਰ ਕੀ ਆ? ਮੈਂ ਤਾਂ ਇਹ ਸਾਰੇ ਦਾ ਕਸੂਰ ਜਿਹੜਾ ਆਪਣੇ ਕਲਚਰ ਨੂੰ, ਆਪਣੇ ਮਾਂ-ਬਾਪ ਨੂੰ ਦਿੰਦਾ, ਕਿਉਂਕਿ ਇਸ ਮਸਲੇ ਲਈ ਜਿਹੜੇ ਮੁੰਡੇ ਸੀ ਨਾ, ਉਹਨਾਂ ਦੀਆਂ ਤਾਂ ਡੋਰਾਂ ਦਿੱਤੀਆਂ ਖੋਲ। ਜੇ ਮੁੰਡਾ ਗਲਤ ਕਰਕੇ ਕੁਛ ਪਾਉਂਦਾ, ਬਾਹਰ ਕਿਸੇ ਦੀ ਧੀ ਭੈਣ ਨਾਲ ਹਰਕਤ ਪੁੱਠੀ ਸਿੱਧੀ ਕਰਦਾ, ਉਹਨੂੰ ਨਹੀਂ ਅਸੀਂ ਸਿਰ ਤੇ ਬਿਠਾਉਂਦੇ। ਪਰ ਜੇ ਕਿਤੇ ਲੜਕੀ ਕਰ ਦਿੰਦੀ ਆ ਨਾ, ਉਹਨੂੰ ਅਸੀਂ ਮਾਰ ਕੇ ਕੁੱਟ ਕੇ ਮਾਰ ਦਿੰਦੇ ਆ, ਉਹਨੂੰ ਉਹਦਾ ਕਤਲ ਕਰ ਦਿੰਦੇ ਆ। ਉਹ ਕਤਲ ਜਿਹੜਾ ਪਹਿਲਾਂ 18 ਸਾਲ 20 ਸਾਲ ਦੀ ਉਮਰ 'ਚ ਹੁੰਦਾ ਸੀ, ਉਹ ਅੱਜ ਦੀ ਤਰੀਕ ਦੇ ਵਿੱਚ ਉਹ ਪੇਟ 'ਚ ਹੋਣ ਲੱਗ ਪਿਆ। ਇਸੇ ਚੀਜ਼ ਦੇ ਡਰ ਨੇ ਕਿ ਕੱਲ੍ਹ ਨੂੰ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ। ਤੇ ਦੂਸਰੀ ਗੱਲ, ਜਿਹੜੇ ਸਾਡੇ ਆ ਬਾਬੇ ਬਹੁਤ ਬਣਾ ਲੈਣਾ ਅਸੀਂ, ਇਹਨਾਂ ਦਾ ਬਹੁਤ ਵੱਡਾ ਰੋਲ ਆ। ਜਿਹੜੇ ਬਾਬੇ ਬਣਾ ਲੈਣਾ, ਹਰ ਬੰਦਾ ਇਹੀ ਚਾਹੁੰਦਾ ਵੀ ਮੇਰੇ ਮੁੰਡਾ ਹੀ ਹੋਵੇ, ਕੁੜੀ ਤਾਂ ਹੋਵੇ ਨਾ। ਇਹਨਾਂ ਨੂੰ ਇਹ ਨਹੀਂ ਕੋਈ ਪੁੱਛਣ ਵਾਲਾ ਹੈਗਾ ਵੀ ਕੁੜੀਆਂ ਜੇ ਨਹੀਂ ਹੋਣਗੇ ਤਾਂ ਮੁੰਡੇ ਕਿੱਥੋਂ ਹੋਣਗੇ। ਨੌ ਲਿਆਉਣ ਨੂੰ ਸਾਰੇ ਤੇਜ਼ ਆ, ਪਰ ਮੁੰਡਾ ਜੰਮਣ ਨੂੰ ਕੋਈ ਤਿਆਰ ਨਹੀਂ ਹੈਗਾ ਵੀ ਮੇਰੇ ਮੁੰਡਾ ਵੀ ਹੋਵੇ।
इस चीज़ जिहड़ी एक सानू इस कल्ली इस चीज़ ने शर्मसार नहीं कीता। अज तुसीं पूरे हिंदुस्तान जाके देख लो, सब तो वध आंकड़े जिहड़े कुड़ियां मारन दे पंजाब दे आ। सब तो वध आंकड़े जिहड़े इस वेले पंजाब दे आ नशा करन दे विच। सब तो वध आंकड़े पंजाब दे आ जिहड़े तुसीं इह गल कह सकदे आ कि अनपढ़ लोग। मैं पहलां तां नहीं कहा कि आईलैंड किते ना हुंदी ना ते बड़े साडे वर्गे होर इत्थे अनपढ़ आके बैठे होने सी जिहड़े जिन्हां नूं पता ही कुछ नहीं हैगा। इस करके ये चीज़ां ने सानू बहुत शर्मसार किया। असी बाहर की खातर हर हद तक गिर चुके हैं। मैं एक एपीसोड इत्थे कहा भी सीगा कि साडा माहौल इदां दा बन गया जिहड़े मुंडियां ने अपनियां भैणां नूं जनानियां बना के बाहर लै आंदा। इदां दे माहौल जो असी गुजरे, मतलब शर्म हिया वाली गल नहीं। अज पेट धी दे जिहड़े गंदे रिलेशन आ वो सब तो वध पंजाब दे विच आ। मन सकते तुसीं इस गल नूं? जिन्ने आंकड़े कढ के देखो तुसीं, ਉਹਦੇ ਵਿੱਚ सब तो ਜਿਹੜੇ गंदे रिलेशन आ शराब की खातर, नशिਆਂ की खातर, वो सब तो ਵੱਧ गंदे रिलेशन ਜਿਹੜੇ बाप अपनी ਧੀ ਨੂੰ नहीं बख्शण लगा आ, ਉਹ ਉਹਨੂੰ गलत जगह भेजदा सिर्फ पैसे की खातर। ਤੇ ਫਿਰ ਕੀ ਜੰਮਣੀਆਂ ਧੀਆਂ ਜੀ ਉਹਨਾਂ ਲੋਕਾਂ ਨੇ। ਉਹਨਾਂ ਨੂੰ ਤਾਂ ਇਹਦੇ ਨਾਲ ਤਾਂ ਮਾਰਨੀਆਂ ਖਰੀਆਂ। ਜੇ ਬਾਪ ਨੂੰ ਇਹ ਸ਼ਰਮ ਨਹੀਂ ਹੈਗੀ ਕਿ ਉਹ ਆਪਣੀ ਧੀ ਨੂੰ ਭੇਜ ਰਿਹਾ ਕਿਸੇ ਦੂਸਰੇ ਦੇ ਕੋਲ ਸਿਰਫ ਆਪਣਾ ਨਸ਼ਾ ਪੂਰਾ ਕਰਨ ਲਈ, ਤੇ ਫਿਰ ਕਿੱਥੋਂ ਕਿਹੜੇ 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 ਪਾਸਿਓਂ ਅਸੀਂ ਸੋਚਾਂਗੇ ਇਹਦੇ ਨਾਲ ਦਾ ਤਾਂ ਸਾਡੇ ਲਈ ਕੋਈ ਸ਼ਰਮ ਵਾਲੀ ਗੱਲ ਹੀ ਹੈ ਨਹੀਂ। ਪਰ ਕੀ ਕਰੀਏ, ਇਹ ਬਹੁਤ ਬੜਾ ਟੌਪਿਕ ਆ। ਜਦੋਂ ਤੁਹਾਡੇ ਬੱਚੇ ਜਿਹੜੇ ਇੱਥੇ ਦੇ ਜੰਮ ਪਲੇ, ਜੇ ਤੁਹਾਨੂੰ ਸਵਾਲ ਕਰਦੇ ਰਣਜੀਤ ਕੌਰ ਜੀ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ, ਤੁਸੀਂ ਉਹਨਾਂ ਨੂੰ ਕੋਈ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੇ। ਤੁਹਾਡੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਹੈਗਾ ਕਿ ਕਿਉਂ ਇੱਦਾਂ ਹੋ ਰਿਹਾ। ਅਖੀਰ ਤੁਹਾਨੂੰ ਨੀਵੀਂ ਪਾਉਣੀ ਕਿਹੜੀ ਗੱਲ ਤੁਸੀਂ ਉਹਨਾਂ ਨੂੰ ਦੱਸੋਗੇ ਕਿਉਂ ਇੱਦਾਂ ਹੋ ਰਿਹਾ। ਹੈ ਕੋਈ ਸਾਡੇ ਕੋਲ ਜਵਾਬ ਇਸ ਗੱਲ ਦਾ? ਅਸੀਂ ਬੱਚਿਆਂ ਨੂੰ ਕਹਿ ਦਈਏ ਵੀ ਆਹ ਗੱਲ ਜੀ ਇਸ ਕਰਕੇ ਹੋ ਰਿਹਾ, ਕੋਈ ਗੱਲ ਦਾ ਜਵਾਬ ਨਹੀਂ ਸਾਡੇ ਕੋਲ। ਹਾਂ, ਇਸ ਕਰਕੇ ਇਹਨਾਂ ਚੀਜ਼ਾਂ ਨੇ ਸਾਡੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ। ਭਾਸ਼ਾ ਸਾਡੀ ਉਲਟ ਗਈ। ਅੱਜ ਤੁਸੀਂ ਦੇਖ ਲਓ ਉੱਥੇ ਸਕੂਲਾਂ ਦੇ ਵਿੱਚ ਜੇ ਕੋਈ ਹਿੰਦੀ ਜਿਹੜੇ ਸਕੂਲ ਆ ਉੱਥੇ ਜੇ ਪੰਜਾਬੀ 'ਚ ਗੱਲ ਵੀ ਕਹਿ ਦਿੰਦਾ, ਸਤਿ ਸ੍ਰੀ ਅਕਾਲ ਵੀ ਕਹਿੰਦੇ, ਉਹਨੂੰ ਜੁਰਮਾਨਾ ਕੀਤਾ ਜਾਂਦਾ। ਤੇ ਜਿਹੜੇ ਪੰਜਾਬੀ ਉਹ ਕੀ ਕਰਦੇ ਆ, ਉਹ ਜ਼ਿਆਦਾਤਰ ਉਹਨਾਂ ਸਕੂਲਾਂ 'ਚ ਪੜ੍ਹਾਉਂਦੇ ਆ। ਅਸੀਂ ਵੀ ਪ੍ਰਾਇਮਰੀ ਸਕੂਲਾਂ 'ਚ, ਗੌਰਮੈਂਟ ਸਕੂਲਾਂ 'ਚ ਪੜ੍ਹੇ ਆ। बिल्कुल जी, बाबिया ने तो रणजीत कौर जी, बाबिया ने सारा गंद पाता। सही पुछो तो जेड़ा बाबे आ ना, ये ढोलकी चक जेडे बाबे आ, मैनू तो बहुत इन्हां तो गुस्सा आउंदा। इन्हां ने लोकां नूं लड़की दे विच ते लड़के दे विच बहुत फर्क पा के दा दित्ता। हर बाबा कहता मेरे को आओ, मैं लड़की साडे मेरे तुहाडे लड़का होगा। भी लड़की दंदियां वढ़दी आ, लड़की की कसूर है उहदा? लड़का तो तदे होगा जे लड़की होगी, जे लड़की नहीं होगी तो लड़का। हरियाणे दे विच ये केस हो चुके आ। एक पिंड दे विच 3-4 लड़कियां ते 10 लड़के। पंजाब का माड़ा मोटा फर्क है, उत्थे पंचायती राज बहुत गंदा है। हरियाणे का जिहड़ा पंचायती राज है वो बहुत गंदा। जे कोई गलत किसी नूं देख लैण तां वो दरख्त नाल बन्ह के वढ़ दिंदे आ, उत्थे दा कानून है। ते इस करके जे असीं इस तरीके नाल चलदे रहिंदे आ, फिर असी, मैं कहना साडे जिन्हां दुनिया च अनपढ़ ही कोई नहीं। असी पढ़े लिखे बड़े बड़े अफसर लगे हो जिहड़े रणजीत कौर जी, वो ये कम्मां नूं, इस कम्मां नूं एक्सैप्ट करदे आ। चाहे कानून जिन्ने मर्जी बने होण, लोकी चोरी जाके जिहड़े डॉक्टर आ उन्हां नूं पैसे दे के ये गलत काम जिहड़े करवाउंदे आ। ते इह तां साडे लई बहुत वड्डी एक शर्म वाली गल है कि जे असी इहनूं कहीए भी साडी अज, जे मैं सही गल तो दसां, अज जिहड़ियां करोना शरोना सानूं संताप इन्हां चीज़ां दा ही आ। जदों भी किसी चीज़ दे नाल अत्याचार किया जाता, जदों भी किसी चीज़ नूं दबाया जाता ना, मेरे कोल हर चीज़ का जी नशे का डॉल जी इन्ने क ज़्यादा उत्थे प्रीतो जी हैगे आ भी मैं तुहानूं दस नहीं सकदा किदां दे हालातां दे विचों इस वेले लोग गुजर रहे आ, जिहड़े बेहिसाब नशियां दे नाल। तुसीं किते डॉक्टर हरजिंदर कौर जी आ,
ਉਹਨਾਂ ਦੇ ਨਾਲ ਗੱਲ ਕਰਕੇ ਦੇਖੋ, ਤੁਹਾਨੂੰ ਇੱਧਰ ਬਾਰਡਰ ਏਰੀਏ ਦੀਆਂ ਕਹਾਣੀਆਂ ਦੱਸਣਗੇ, ਕਿਤੇ ਤੁਸੀਂ ਹੈਰਾਨ ਰਹਿ ਜਾਓਗੇ। ਇਹੋ ਜਿਹਾ ਸਾਡੇ ਪੰਜਾਬ ਦਾ ਮਾਹੌਲ ਆ। ਪੇ ਧੀ ਦਾ ਰਿਸ਼ਤਾ ਖਤਮ ਹੋ ਗਿਆ ਜੀ, ਭੁੱਲ ਜਾਓ, ਇਹ ਰਿਸ਼ਤੇ ਖਤਮ ਹੋ ਗਏ ਇਹਨਾਂ ਏਰੀਆਂ ਦੇ ਵਿੱਚ। ਸਿਰਫ ਕਿਹਦੀ ਵਜ੍ਹਾ ਨਾਲ? ਨਸ਼ੇ ਦੀ ਵਜ੍ਹਾ ਨਾਲ। ਪੁੱਤ ਮਾਂ ਦਾ ਨਸ਼ਾ ਖਤਮ ਹੋ ਗਿਆ, ਰਿਸ਼ਤਾ ਖਤਮ ਹੋ ਗਿਆ। ਅੱਜ ਪੁੱਤ ਆ, ਉਹ ਮਾਂ ਆਪਣੇ ਦੇ ਛਿੱਤਰ ਮਾਰਦਾ, ਉਹਨੂੰ ਘਰੋਂ ਬਾਹਰ ਕੱਢਦਾ। ਮੈਂ 4-5 ਦਿਨ ਤੋਂ ਵੀਡੀਓ ਕੋ ਇਹੀ ਦੇਖ ਰਿਹਾ ਵੀ ਕਿੰਨੇ ਪੁੱਤ ਜਿਹੜੇ ਆ ਉਹ ਨਸ਼ਿਆਂ ਦੀ ਖਾਤਰ ਆਪਣੀਆਂ ਮਾਵਾਂ ਨੂੰ ਮਾਰ ਰਹੇ ਆ। ਪਿੱਛੇ 2-3 ਦਿਨ ਪਹਿਲਾਂ ਮੈਂ ਇੱਕ ਲੁਧਿਆਣੇ ਦਾ ਦੇਖਿਆ। ਇੱਥੇ ਤੱਕ ਕਿ ਸਾਡੇ ਇੱਕ ਪੰਥ ਦੇ ਬਹੁਤ ਵੱਡੇ ਰਾਗੀ ਸਿੰਘ ਪਰਿਵਾਰ ਆ, ਉਹਨਾਂ ਨੇ ਆਪਣੀ ਮਾਂ ਨੂੰ ਕੱਢ ਦਿੱਤਾ। ਦੱਸੋ, ਤੇ ਜੇ ਉਹ ਇਹ ਕੰਮ ਕਰਦੇ ਆ ਤੇ ਫਿਰ ਅਸੀਂ ਕਿਸ ਪਾਣੀ ਹਾਰਿਆ? ਅਸੀਂ ਤਾਂ ਫਿਰ ਇਹਦਾ ਮਤਲਬ ਕੁਛ ਵੀ। ਜਿਹੜਾ ਬੰਦਾ ਇੱਕ ਕੀਰਤਨ ਕਰਨ ਵਾਲਾ, ਜਿਹੜਾ ਬੰਦਾ ਇੱਕ ਲੋਕਾਂ ਨੂੰ ਉਪਦੇਸ਼ ਦੇਣ ਵਾਲਾ, ਤੇ ਜੇ ਉਹੀ ਆਪਣੇ ਮਾਂ-ਬਾਪ ਦੀ ਇੰਨੀ ਇੱਜ਼ਤ ਕਰਦਾ, ਤੇ ਸਾਡੇ ਲਈ ਇਹ ਤੋਂ ਵੱਧ ਗੰਦੀ ਗੱਲ ਕੀ ਹੋ ਸਕਦੀ ਹੈ? ਇਹੀ ਕਾਰਨ ਆ, ਇਹੀ ਕਾਰਨ ਆ। ਹਾਂਜੀ ਬਿਲਕੁਲ ਗੁਰਵਿੰਦਰ ਕੌਰ ਜੀ, ਬਹੁਤ ਦੁੱਖ ਲੱਗਦਾ, ਪਰ ਕੀ ਕਰ ਸਕਦੇ ਹਾਂ ਅਸੀਂ? ਔਰ ਇਹੀ ਕਾਰਨ ਆ ਕਿ ਅਸੀਂ ਜਿਹੜੀਆਂ ਲੜਕੀਆਂ ਉਹਨਾਂ ਨੂੰ ਕੁੱਖਾਂ ਦੇ ਵਿੱਚ ਮਾਰੀ ਜਾ ਰਹੇ ਹਾਂ। ਦੂਜਾ, ਸਾਡੇ ਦੇਸ਼ ਦਾ ਜਿਹੜਾ ਸਭ ਤੋਂ ਖਾਸ ਕਰਕੇ ਪੰਜਾਬੀ ਜੋ ਲੋਕਾਂ ਦਾ ਜਿਹੜਾ ਜੀ ਦਾਜ ਪ੍ਰਥਾ ਨਾ, ਇਹਨੇ ਤਾਂ ਬਹੁਤ ਗੰਦ ਪਾ ਦਿੱਤਾ। ਅੱਜ ਬਾਹਰ ਲਿਆਉਣ ਵਾਸਤੇ ਕੁੜੀ, ਕੈਨੇਡਾ ਲਿਆਉਣ ਵਾਸਤੇ 50-50 ਲੱਖ ਰੁਪਏ ਦੇ ਸੌਦੇ ਕੀਤੇ ਜਾਂਦੇ ਆ। ਹਾਂਜੀ ਬਿਲਕੁਲ। ਉਹ ਦੇਖੋ ਜੀ, ਸਭ ਤੋਂ ਰਣਜੀਤ ਕੌਰ ਜੀ ਦੇਖਣ ਵਾਲੀ ਗੱਲ ਆ, ਉਹ ਬਾਬੇ ਨੂੰ ਆਪ ਨੂੰ ਚਵਾਨੀ ਦਾ ਪਤਾ ਨਹੀਂ, ਉਹ ਉਪਦੇਸ਼ ਦੇਣ ਲੱਗਾ ਉਹਨਾਂ ਲੋਕਾਂ ਨੂੰ ਜਿਹੜੇ DC SSP ਬੜੇ ਆਫੀਸਰ ਜਾਂ ਮੰਤਰੀ ਬਣੇ ਬੈਠੇ ਆ, ਉਹ ਉਹਨਾਂ ਨੂੰ ਉਪਦੇਸ਼ ਦੇਣ ਲੱਗਾ। ਇੱਕ ਬਾਬਾ ਬੈਠ ਕੇ ਅੱਜ ਦੀ ਦੁਨੀਆ ਦੇ ਵਿੱਚ, ਮੈਂ ਤਾਂ ਇੱਕ ਗੱਲ ਦੇਖਦਾ ਨਹੀਂ, ਗਾਇਕ ਜਿਹੜਾ ਉਹਨੂੰ ਮਿਹਨਤ ਕਰਨੀ ਪੈਂਦੀ ਆ। ਤੁਸੀਂ ਇੱਥੇ ਆਏ ਆ, ਦੁਕਾਨਾਂ ਪਾਈਆਂ, ਤੁਹਾਨੂੰ ਮਿਹਨਤ ਕਰਨੀ। ਸਭ ਤੋਂ ਵਧੀਆ ਬਿਜ਼ਨਸ ਜਿਹੜਾ ਜੀ ਬਾਬੇ ਦਾ। ਬਸ 4-5-10 ਬੀਬੀਆਂ ਸਮਝਾ ਦਿਓ ਉਹਨਾਂ ਨੂੰ ਵੀ ਕੋਈ ਨਹੀਂ, ਲੰਗਰ ਪਾਣੀ ਤੁਸੀਂ ਇੱਥੇ ਛਕਿਓ, ਕੁਛ ਨਹੀਂ ਕਰਨ ਦੀ ਲੋੜ, ਬਸ ਪ੍ਰਚਾਰ ਕਰੋ ਬਾਬੇ ਦਾ। ਬਸ ਮੈਂ ਕਹਿੰਦਾ ਜੀ, ਮਹੀਨਾ ਇੱਕ ਨਹੀਂ ਲੱਗਦਾ ਬਾਬੇ ਦੀ ਹੋਣੀ ਤਾਂ ਐਡੀ ਕਾਰ ਨਹੀਂ ਫਿਰਦੇ, ਉੱਡੀ ਕਾਰ ਸਾਡੇ ਮੰਤਰੀਆਂ ਕੋਲ ਨਹੀਂ ਹੁੰਦੀ ਜਿੱਡੀ ਬਾਬਿਆਂ ਦੇ ਕੋਲ ਕਾਰ ਆ। ਇਹਨਾਂ ਲੋਕਾਂ ਨੇ ਗੰਦ ਪਾਤਾ। ਜੇ ਅਸੀਂ ਕਹੀਏ ਸਹੀ, ਮੇਰੇ ਹਿਸਾਬ ਤੱਕ ਕੋਈ ਸਹੀ ਨਹੀਂ ਬਾਬਾ। ਸਭ ਇਹੀ ਚਾਹੁੰਦੇ ਕਿ ਮੇਰੇ ਪੈਰੀਂ ਹੱਥ ਲੱਗੇ। ਗੁਰੂ ਗ੍ਰੰਥ ਸਾਹਿਬ ਦਾ ਕੋਈ ਨਹੀਂ, ਉਹ ਠੀਕ ਆ, ਉੱਥੇ ਉਹਨਾਂ ਨੂੰ ਕੋਈ ਐਡੀ ਲੋੜ ਨਹੀਂ ਹੈਗੀ। ਇਹੋ ਜਿਹੇ ਹਾਲਾਤ ਸਾਡੇ ਬਾਬਿਆਂ ਨੇ ਬਣਾ ਦਿੱਤੇ, ਤੇ ਫਿਰ ਆਪਾਂ ਕਿੱਥੋਂ ਆਸ ਰੱਖ ਸਕਦੇ ਹਾਂ ਜੀ ਬਰਾਬਰਤਾ ਦੀ? ਬਰਾਬਰਤਾ ਦੀ ਫਿਰ ਅਸੀਂ ਨਹੀਂ ਆਸ ਰੱਖ ਸਕਦੇ ਕਿ ਲੜਕੀਆਂ ਜਿਹੜੀਆਂ ਉਹਨਾਂ ਨੂੰ ਨਾ ਮਾਰਿਆ ਜਾਵੇ। ਤੇ ਬਾਬਿਆਂ ਦੇ ਡੇਰੇ ਸਭ ਤੋਂ ਵੱਧ ਨਸ਼ੇ ਜਿਹੜੇ ਬਾਬੇ ਦੇ ਡੇਰਿਆਂ 'ਚ ਮਿਲ ਜਾਂਦੇ ਆ, ਤੇ ਆਪੇ ਜਨਤਾ ਨੇ ਉੱਥੇ ਜਾਣਾ। ਹੁਣ ਬੜੇ ਡੇਰੇ ਇੱਦਾਂ ਦੇ ਆ ਜਿੱਥੇ ਖੁੱਲ੍ਹੇ ਨਸ਼ੇ ਮਿਲਦੇ ਆ। ਔਰ ਇੱਕ ਹੋਰ ਸਭ ਤੋਂ ਬੜੀ ਗੱਲ ਆ, ਉਹ ਬਹੁਤ ਲੀਡਰਸ਼ਿਪ ਦੇ ਥੱਲੇ ਚੱਲਦਾ ਸਾਰਾ ਕੁਛ, ਕਿਉਂਕਿ ਲੀਡਰਾਂ ਨੂੰ ਇਹ ਬਹੁਤ ਹੈ ਕਿ ਚਲੋ ਬਾਬੇ ਦੇ ਜਿੰਨੇ ਕੁ ਭਗਤ ਇਕੱਠੇ ਹੋ ਗਏ, ਇਹ ਸਾਡੀਆਂ ਟੋਟਾਂ ਹੋ ਜਾਣੀਆਂ। ਬਾਬੇ ਨੂੰ ਕਹਿੰਦੇ ਚਲਾਓ, ਕੋਈ ਚੱਕਰ ਨਹੀਂ ਜੀ, ਲਾਓ ਇੱਥੇ ਮਾਰ ਛਕਾਓ, ਸਾਨੂੰ ਕੋਈ ਪ੍ਰੋਬਲਮ ਨਹੀਂ, ਹੈ ਨਾ। ਤੇ ਇਹਨਾਂ ਜਿਹੜਾ ਸਾਡਾ ਜਿਹੜਾ ਸ਼ਬਦ ਸੀ ਨਾ ਬਾਬਾ, ਜਾਂ ਜਿਹੜਾ ਸੰਤ ਸ਼ਬਦ ਸੀਗਾ, ਇਹਦੀ ਜਖਣਾ ਪੱਟ ਕੇ ਰੱਖ ਦਿੱਤੀ। ਹਾਂਜੀ ਹਾਂਜੀ ਕਿਰਪਾਲ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਮਹਾਰਾਜ। ਤੇ ਇਹ ਨਾ ਸਾਡੇ, ਹਾਂਜੀ ਬਿਲਕੁਲ ਕਿਰਪਾਲ ਸਿੰਘ ਜੀ, ਸਹੀ ਗੱਲ। ਤੇ ਇਹ ਜਿਹੜਾ ਸਾਡੇ, ਅਸੀਂ ਸਾਰਾ ਕੁਝ ਵਿਗਾੜਿਆ ਹੈ ਜੀ। ਇਹਦੇ ਵਿੱਚ ਅਸੀਂ ਕਹਿੰਦੇ ਆ ਅਸੀਂ ਸਾਰਾ ਕੁਝ ਆਪ ਵਿਗਾੜਿਆ ਹੈ। ਅਸੀਂ ਮੰਦਿਰਾਂ ਤੇ ਗੁਰਦੁਆਰਿਆਂ ਤੇ ਸੋਨਾ ਲਾਉਣਾ ਸ਼ੁਰੂ ਕਰ ਦਿੱਤਾ, ਪਰ ਅਸੀਂ ਉਹ ਨਹੀਂ ਦੇਖਿਆ ਵੀ ਅੱਜ ਕਿਸੇ ਗਰੀਬ ਦੇ ਮੂੰਹ 'ਚ ਰੋਟੀ ਹੈਗੀ ਆ ਤੇ ਕਿਸੇ ਦੇ ਮੂੰਹ ਦੇ ਵਿੱਚ ਰੋਟੀ ਹੈ ਨਹੀਂ ਗੀ। ਨਾ, ਇਹ ਚੀਜ਼ ਅਸੀਂ ਭੁੱਲ ਗਏ। ਅਸੀਂ ਤਾਂ ਬਾਬਿਆਂ ਨੂੰ ਮਹਿਲ ਪਾਤੇ, ਬਾਬਿਆਂ ਦੇ ਗੱਡੀਆਂ ਪਾ ਲੈਤੀਆਂ। ਇੱਥੇ ਵੀ ਇੱਕ ਤੋਂ ਆਉਂਦੇ ਆ ਬਹੁਤ ਲੋਕਾਂ ਨੂੰ, ਕਈਆਂ ਨੂੰ ਜੇ ਉਹਨਾਂ ਦੀ ਗੱਲ ਕਰੀਏ ਤਕਲੀਫ ਹੁੰਦੀ ਆ, ਪਰ ਝੂਠ ਆ। ਔਰ ਜਿੰਨੇ ਹੈਗੇ ਆ, ਅੱਜ ਤੁਸੀਂ ਦੇਖ ਲਓ ਕਿੱਡੇ ਕਿੱਡੇ ਬਾਬੇ ਬਲਾਤਕਾਰ ਦੇ ਕੇਸਾਂ 'ਚ ਅੰਦਰ ਬੈਠੇ ਆ। ਇਹਨਾਂ ਨੂੰ ਬਾਬੇ ਕਹਿਣਾ ਸੀ? ਇਹ ਕਾਹਦੇ ਬਾਬੇ ਆ ਜੀ? ਇਹਨਾਂ ਜਿੱਡਾ ਤਾਂ ਦੁਸ਼ਟ ਬੰਦਾ ਕੋਈ ਨਹੀਂ, ਪਰ ਅਸੀਂ ਲੱਗੇ ਉਹਨਾਂ ਦੇ ਪੈਰ ਘੁੱਟਣ, ਪਤਾ ਨਹੀਂ ਵੀ ਕੀ ਨਿਕਲ ਆਉਣਾ। ਜੇ ਇਸ ਬੰਦੇ ਨੂੰ ਗੁਰੂ ਗ੍ਰੰਥ ਸਾਹਿਬ 'ਚੋਂ ਨਹੀਂ ਜੀ ਕੁਛ ਮਿਲਿਆ ਨਾ, ਉਹ ਜਿੱਥੇ ਦੁਨੀਆ ਦੇ ਮਰਜ਼ੀ ਕੋਨੇ 'ਚ ਚੱਲ ਜਾਵੇ। ਬਸ ਪ੍ਰੋਬਲਮ
प्रॉब्लम सिर्फ यह है कि असी तत्ते नूं पए हां, फटाफट बाबे ने खरिया इदां चक के चीज़ फड़ा देनी सानूं, बस इन्ने कुछ सानूं उत्थे जिहड़ी गुरु ग्रंथ साहिब जी का मसला उत्थे सानूं बाणी पढ़नी पैंदी, उत्थे सानूं थोड़ा जिहा त्याग करना पैंदा। बाबे कहंदे आ कोई चक्कर नहीं, तू आ त्याग तूग की लोड़ ही नहीं, मैं आपे कर दूँ सैट, तू बस रुपये ले जा। बाबे हुणी रुपये ले जान। तुसीं देखो किड्डी हैरानी की गल है, देश का क्रिकेट का खिडारी जोगराज का मुंडा कैंसर हो गई, ਉਹਦੀ मां बाबे को ले जा रही है ਉਹਨੂੰ, अखीर जो मरन वाला होया जोगराज साहब ने डाल चक्की, फिर मरवा के छड्डूगी तू ਇਹਨੂੰ, फिर अमेरिका ਨੂੰ भेजा। इस हालात ਜਿਹੜੇ इस हालात ਦੇ ਵਿੱਚ ਜਿਹੜੇ ਅਸੀਂ ਫਸੇ ਵਾ, हाँ जी महाराज मैंने पता कारोबार का हाल हरीश पाटा जी सारे पासे इदा ही आ। ਉਹੀ मैं तो करपाल सिंह जी यही कह रहा भी बाबे बूबे नहीं है, तो एक सरकार ने समझ लो गुंडे पाले हुआ वोटां की खातर ये जाते आ, सरकार ਜਿਹੜੇ मंत्री शांतरी जाते आ उत्थे पैरियां थला आंदे आ, ਉਹਦੇ ਨਾਲ ਇਹ ਆ ਬਾਬਿਆਂ ਦੀ ਬੱਲੇ ਬੱਲੇ ਲੋਕ ਹੋਰ ਆਉਣ ਲੱਗ ਪੈਂਦੇ, ਬਾਬੇ ਫਿਰ ਦਲਾਲੀਆਂ ਕਰਨ ਲੱਗ ਪੈਂਦੇ। ਜੇ ਕੋਈ ਫਸ ਗਿਆ, ਜੇ ਕਿਸੇ ਨੇ ਚਿੱਟਾ ਵੇਚਦੇ ਨੂੰ ਫੜ ਲਿਆ, ਬਾਬੇ ਕਹਿੰਦੇ ਕੋਈ ਨਹੀਂ ਤੂੰ ਆ ਮੈਂ ਗੱਲ ਕਰਾਉਂ, ਤੇਰੀ ਮੰਤਰੀ ਸਾਹਿਬ ਆਪਣੇ ਕੋਲ ਆ, ਚਲੋ ਜੀ। ਬਾਬੇ ਉਧਰੋਂ ਵੀ ਰੁਪਈਆ ਤਾਂ ਉਧਰੋਂ ਵੀ ਰੁਪਈਆ, ਐਂਡ 'ਚ ਬਾਬੇ ਉਹਨਾਂ ਦੀਆਂ ਵੋਟਾਂ ਪਵਾ ਦਿੰਦੇ ਆ। ਇਹੋ ਜਿਹਾ ਤਾਂ ਬਾਬਿਆਂ ਦੇ ਮਾਹੌਲ ਬਣਿਆ ਵਾ, ਤੇ ਅਸੀਂ ਇਹਨਾਂ ਨੂੰ ਕਿੱਥੋਂ ਬਾਬੇ ਕਹਿ ਦਈਏ? ਜਿਹੜੇ ਬਾਬੇ ਆ ਨਾ ਜੀ ਉਹ ਕਿੱਥੇ ਲੱਭਦੇ ਆ? ਉਹ ਨਹੀਂ ਲੱਭਦੇ, ਉਹਨਾਂ ਦਾ ਤਾਂ ਕੋਲ ਤੁਹਾਡੇ ਬੈਠਿਆਂ ਦਾ ਨਹੀਂ ਪਤਾ ਲੱਗਦਾ ਕਿ ਇਹਦੇ ਅੰਦਰ ਕੁਛ ਹੈਗਾ। ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਦਾ ਜਿੱਥੇ ਤੱਕ ਹੋ ਸਕਦਾ ਆਪਾਂ ਇਹਨਾਂ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਰੱਖੀਏ, ਕੋਸ਼ਿਸ਼ ਕਰੀਏ ਕਿ ਆਪਾਂ ਇਹੋ ਜਿਹੇ ਚੱਕਰਾਂ 'ਚ ਨਾ ਪਈਏ ਜਿੰਨਾ ਵੀ ਹੋ ਸਕਦਾ। ਹੁਣ ਇੱਥੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਇੱਥੇ ਸਾਡੇ ਬੱਚੇ ਆ, ਉਹਨਾਂ ਦੇ ਕੁੜੀਆਂ ਜਾਂ ਮੁੰਡੇ ਆ, ਐਡੀ ਸੋਚ ਨਹੀਂ ਅਸੀਂ ਰੱਖਦੇ। ਤੇ ਇੰਡੀਆ ਦਾ ਤਾਂ ਹਾਲ ਇਹ ਆ ਜੀ ਬਈ ਉਹਨਾਂ ਨੂੰ ਜਦੋਂ ਕੁੜੀ ਦਾ ਨਾਮ ਸੁਣਦੇ ਆ ਨਾ ਤੇ ਉਹ ਤਾਂ ਮਰਨ ਵਾਲੇ ਹੋ ਜਾਂਦੇ ਵੀ ਪਤਾ ਨਹੀਂ ਕਿਉਂ ਸਾਡੇ ਘਰ ਸਾਨੂੰ ਰੱਬ ਨੇ ਕਿਹੜੀ ਗੱਲੋਂ ਪਿੱਛੇ ਧੱਕ ਦਿੱਤਾ, ਸਾਨੂੰ ਜਿਹੜੀ ਕੁੜੀ ਦੇ ਦਿੱਤੀ। ਤੇ ਇਹਦੇ ਵਿੱਚ ਇੱਕ ਮੈਂ ਹੋਰ ਗੱਲ ਕਹੂੰਗਾ ਜੀ, ਮੈਨੂੰ ਇਹ ਗੱਲ ਕਹਿੰਦੇ ਨੂੰ ਕੋਈ ਦੁੱਖ ਨਹੀਂ, ਇਹਦੇ ਵਿੱਚ ਲੇਡੀਜ਼ ਦਾ ਖੁਦ ਜਨਾਨੀਆਂ ਦਾ ਬਹੁਤ ਜ਼ਿਆਦਾ ਕਸੂਰ ਆ। ਅੱਜ ਜਨਾਨੀਆਂ ਹੀ ਨਹੀਂ ਇਸ ਗੱਲ ਨੂੰ ਅਸੈਪਟ ਕਰਦੀਆਂ, ਆਪ ਹੋ ਕੇ ਮਾਂ ਹੋ ਕੇ, ਆਪ ਲੇਡੀਜ਼ ਹੋ ਕੇ, ਆਪ ਲੇਡੀਜ਼ ਮਾਂ ਹੋ ਕੇ ਫਿਰ ਉਹ ਲੜਕੀ ਨੂੰ ਅਸੈਪਟ ਕਰਨਾ ਜਿਹੜਾ ਉਹ ਬਹੁਤ ਬੁਰਾ ਸਮਝਦੇ ਆ। ਔਰ ਉਹਦੇ ਵਿੱਚ ਕਈ ਵਾਰੀ ਮੈਂ ਬਹੁਤ ਪਰਿਵਾਰਾਂ 'ਚ ਇਹ ਗੱਲ ਦੇਖੀ ਹੈ ਜੀ ਵੀ ਬੰਦੇ ਨੂੰ ਨਹੀਂ ਪ੍ਰੋਬਲਮ ਜਿੰਨੀ ਉਹਦੀ ਘਰ ਵਾਲੀ ਨੂੰ ਕੁੜੀ ਜੰਮਣ ਦੀ ਪ੍ਰੋਬਲਮ ਹੈ। ਔਰ ਇਹ ਸਭ ਤੋਂ ਬੜੀ ਆਪਣੀ ਕੌਮ ਨਾਲ, ਆਪਣੇ ਲਿੰਗ ਦੇ ਨਾਲ ਬਹੁਤ ਬੜਾ ਧੋਖਾ ਆਇਆ ਹੈ। ਉਹਨੇ ਬੰਦੇ ਨੂੰ ਨਹੀਂ, ਜਿੱਥੇ ਵੀ ਲੜਾਈ ਹੋਊਗੀ ਕੁੜੀ ਦੇ ਚੱਕਰ ਦੇ ਵਿੱਚ ਸੱਸ ਦੀ ਹੋਊਗੀ, ਬਸ ਉਹੀ ਗੱਲ ਚੱਕੂਗੀ ਵੀ ਇਹਦੇ ਮੁੰਡਾ ਹੈ ਨਹੀਂ, ਇਹਦੇ ਆਹ ਹੈ ਨਹੀਂ, ਉਹ ਹੈ ਨਹੀਂ, ਕਿਉਂਕਿ ਔਰਤ ਦੀ ਪਤਾ ਨਹੀਂ ਕੋਈ ਦੁਸ਼ਮਣ ਬਣੀ ਹੋ। ਇਹਦੇ ਲਈ ਬਹੁਤ ਜਾਗਰੂਕ ਹੋਣ ਦੀ ਤੁਹਾਨੂੰ ਸਭ ਨੂੰ ਬਹੁਤ ਲੋੜ ਆ। ਤੇ ਬਿਲਕੁਲ ਕਿਰਪਾਲ ਸਿੰਘ ਜੀ ਉਹ ਜਿਹੜੇ ਸੀ ਨਾ ਉਹਨਾਂ ਨਾਲ ਦੀ ਕੋਈ ਰੀਸ ਕਰੇ ਨਹੀਂ ਸਕਦਾ। ਪਰ ਇੱਕ ਗੱਲ ਹੈ ਜੀ, ਜਦੋਂ ਉਹ ਸੀ ਨਾ ਉਸ ਵੇਲੇ ਸਾਡੀ ਜਨਤਾ ਉਹਨਾਂ ਨੂੰ ਵੀ ਬਖਸ਼ਣ ਨੂੰ ਤਿਆਰ ਨਹੀਂ ਸੀ। ਜਿਸ ਵੇਲੇ ਸੰਤ ਜਰਨੈਲ ਸਿੰਘ ਜੀ ਸੀਗੇ ਨਾ ਉਸ ਵੇਲੇ ਜਨਤਾ ਸਾਡੀ ਉਹਨਾਂ ਨੂੰ ਵੀ ਬਖਸ਼ਣ ਨੂੰ ਤਿਆਰ ਨਹੀਂ ਸੀ, ਉਹਨਾਂ ਦੇ ਵੀ ਚਿੱਕੜ ਸਹਿਦੀ ਸੀ, ਹੈ ਨਾ। ਅੱਜ ਕੀ ਉਹਨਾਂ ਦੀ ਤਸਵੀਰ ਕੁਛ ਲੋਕ ਪੇਸ਼ ਕਰਦੇ ਆ, ਕੀ ਉਹਨਾਂ ਦੀ ਲੋਕ ਤਸਵੀਰ ਪੇਸ਼ ਕਰਦੇ ਆ, ਔਰ ਉਹ ਬਹੁਤ ਦੁੱਖ ਲੱਗਦਾ ਉਹਨਾਂ ਚੀਜ਼ਾਂ ਨੂੰ। ਔਰ ਮੈਂ ਗਿਆ ਉੱਥੇ ਜਾ ਕੇ ਦੇਖਿਆ ਜੀ, ਉਹਨਾਂ ਨੂੰ ਮੈਂ ਮਿਲ ਚੁੱਕਾ ਹਾਂ। ਕੁਛ ਪਰਮਾਤਮਾ ਦੀ ਇੱਦਾਂ ਸੀ ਕਿ ਮੈਨੂੰ ਦਰਸ਼ਨ ਉਹਨਾਂ ਦੇ ਹੋਣੇ ਸੀ, ਮੈਂ ਉਹਨਾਂ ਦੇ ਕੋਲ 2 ਵਾਰੀ ਜਾ ਚੁੱਕਾ ਸੀਗਾ ਤੇ ਉਹਨਾਂ ਦੇ ਦਰਸ਼ਨ ਮੈਂ ਕੀਤੇ ਵਾ। ਤੇ ਗੱਲ ਆਪਾਂ ਕਰਦੇ ਹਾਂ ਵੀ ਜੇ ਅਸੀਂ ਔਰਤ ਇਸ ਗੱਲ ਨੂੰ ਥੋੜਾ ਜਿਹਾ ਸਟੈਂਡ ਲੈ ਲਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਇਹ ਕੋਈ ਜਿਹੜੇ ਆਪਾਂ ਨੂੰ ਕੋਈ ਤਕਲੀਫ ਹੋਊਗੀ। ਪਰ ਔਰਤ ਹੀ ਦੁਸ਼ਮਣ ਔਰਤ ਦੀ ਬਣੀ ਹੋ, ਔਰਤ ਹੀ ਧੀ ਜੰਮਣ ਤੋਂ ਡਰਦੀ ਆ ਅੱਜ ਦੀ ਤਰੀਕ ਦੇ ਵਿੱਚ। ਇਹਨਾਂ ਚੀਜ਼ਾਂ ਨੂੰ ਜਿੰਨਾ ਹੋ ਸਕਦਾ ਤੁਸੀਂ ਖੁਦ ਖਾਰਜ ਕਰੋ। ਜਿੱਦਣ ਤੁਸੀਂ ਖੜ ਗਈਆਂ, ਜਿੱਦਣ ਔਰਤ ਖੜ ਗਈ, ਉਸ ਦਿਨ ਮੈਂ ਤੁਹਾਨੂੰ ਦਾਅਵੇ ਨਾਲ ਗੱਲ ਕਹਿਣਾ ਕਿਸੇ ਦੇ ਘਰ ਦੇ ਵਿੱਚ ਧੀ ਦੀ ਮੌਤ ਨਹੀਂ ਹੋਣੀ। ਹਰ ਘਰ ਦੇ ਵਿੱਚ ਧੀ ਪੈਦਾ ਹੋਊਗੀ ਔਰ ਧੀ ਸਨਮਾਨਿਤ ਹੋਊਗੀ, ਧੀ ਦੁਨੀਆ ਦੇ ਕਿਸੇ ਅਹੁਦੇ ਤੇ ਰੁਤਬੇ ਤੇ ਪਹੁੰਚੂਗੀ। ਇਸ ਕਰਕੇ ਬਹੁਤ ਧੀਆਂ ਜਿਨ੍ਹਾਂ ਦੇ ਨਾਮ ਇਸ ਵੇਲੇ ਚੱਲਦੇ ਆ, ਦੁਨੀਆ ਜਿਨ੍ਹਾਂ ਨੂੰ ਜਾਣਦੀ ਆ, ਇਹ ਧੀਆਂ ਨੇ ਵੀ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ।
ਤੇ ਤੁਸੀਂ ਥੋੜਾ ਜਿਹਾ ਆਪ ਇਸ ਚੀਜ਼ ਨੂੰ ਧਿਆਨ 'ਚ ਲਿਆਓ। ਕੋਸ਼ਿਸ਼ ਕਰੋ ਵੀ ਆਪਾਂ ਇਸ ਚੀਜ਼ ਦਾ ਜਿੰਨਾ ਹੋ ਸਕਦਾ ਵਡਾਂਗਾ ਕਰੀਏ। ਇਸ ਚੀਜ਼ ਨੂੰ ਆਪਾਂ ਨਾ ਪੈਦਾ ਹੋਣ ਦੇਈਏ ਵੀ ਜੇ ਧੀ ਆ ਤੇ ਉਹਨੂੰ ਕੱਢ ਦਿਓ, ਉਹਨੂੰ ਮਾਰ ਦਿਓ ਨਾ। ਇਹ ਚੀਜ਼ ਨੂੰ ਆਪਾਂ ਜਿੰਨਾ ਕਰ ਸਕਦੇ ਹਾਂ ਕੋਸ਼ਿਸ਼ ਕਰੋ ਵੀ ਆਪਾਂ ਇਹਨੂੰ ਉਨਾ ਧਿਆਨ ਦੇਈਏ। ਕਰੋਨਾ ਕਦੋਂ ਖਤਮ ਹੋਣਾ ਜੀ ਇਹਦੇ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਜੀ, ਇਹ ਤਾਂ ਰੱਬ ਦੇ ਹੱਥ ਹੈ ਜੀ। ਮੈਂ ਤਾਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ ਵੀ ਹਰੀਸ਼ ਪਾਲਟਾ ਜੀ ਵੀ ਕਦੋਂ ਕਰੋਨਾ ਖਤਮ ਹੋਣਾ, ਇਹ ਤਾਂ ਰੱਬ ਹੀ ਜਾਣਦਾ। ਤੇ ਮੈਂ ਤਾਂ ਇਸ ਬਾਰੇ ਕੁਛ ਨਹੀਂ ਕਹਿ ਸਕਦਾ। ਮੇਰੇ ਹਿਸਾਬ ਨਾਲ ਤਾਂ ਜੀ ਸਵੇਰੇ ਖਤਮ ਹੋ ਜਾਵੇ। ਸਾਡੇ ਤਾਂ ਕਾਰੋਬਾਰਾਂ ਦੇ ਉੱਤੇ ਤਾਲੇ ਲੱਗੇ ਪਏ ਆ ਤੇ ਜੇ ਪਰਮਾਤਮਾ ਕਰੇ ਮੇਰੇ ਕਹਿਣ ਨਾਲ ਤਾਂ ਹੁਣੇ ਖਤਮ ਹੋ ਗਏ ਜੀ। ਜਿਹੜੇ ਪੁੱਤ ਮਾਵਾਂ ਦੇ ਮੰਜਿਆਂ ਤੇ ਪਏ, ਜਿਹੜੀਆਂ ਧੀਆਂ ਆਪਣੇ ਭੈਣ ਭਰਾਵਾਂ ਨੂੰ ਤਰਸਦੀਆਂ, ਜਿਹੜੀਆਂ ਧੀਆਂ ਪਈਆਂ ਬੈੱਡਾਂ ਤੇ, ਉਹ ਸਾਰੀਆਂ ਤੰਦਰੁਸਤ ਹੋ ਕੇ ਘਰ ਆਉਣਾ ਆਪਣੇ। ਤੇ ਇਹ ਕਰੋਨਾ ਮੇਰਾ ਤਾਂ ਮੈਂ ਤਾਂ ਇਹੀ ਅਰਦਾਸ ਹੈ ਜੀ ਕਰਦਾ, ਔਰ ਮੈਂ ਸਭ ਨੂੰ ਕਹਿੰਦਾ ਇਹ ਅਰਦਾਸ ਕਰਿਆ ਕਰੋ ਕਿ ਜਿੰਨਾ ਜਲਦੀ ਹੋ ਸਕਦਾ ਉਹ ਤੁਸੀਂ ਜਿੰਨਾ ਕਰ ਸਕਦੇ ਆ ਕਰੋ, ਤਾਂ ਕਿ ਜਿਹੜਾ ਕਰੋਨਾ ਦੀ ਬਿਮਾਰੀ ਹੈ ਜਿਹੜੀ ਜਲਦੀ ਤੋਂ ਜਲਦੀ ਠੀਕ ਹੋ ਸਕੇ। ਤੇ ਬਹੁਤ ਜ਼ਰੂਰੀ ਹੈ ਜੀ, ਮੈਨੂੰ ਲੱਗਦਾ ਕਿ ਜੇ ਅਸੀਂ ਸਾਰੇ ਜਣੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਕਰੋਨਾ ਜਿਹੜਾ ਹੌਲੀ ਹੌਲੀ ਖਤਮ ਹੋ ਜਾਊਗਾ ਜਲਦੀ। ਠੀਕ ਹੈ ਜੀ। ਤੇ ਅੱਜ ਆਪਾਂ ਲੈਣੇ ਆ ਜੀ ਤੇ ਪੱਪਾ ਫੱਫਾ ਬੱਬਾ ਭੱਬਾ ਮਮਾ। ਬਿਲਕੁਲ ਸੈਂਪਲ ਲਾਈਨ ਬਣਾਉਣੀ ਆ ਜੀ, ਜਿੱਦਾਂ ਪਿਛਲੀ ਵਾਰੀ ਰਣਜੀਤ ਕੌਰ ਜੀ ਉਹਨਾਂ ਨੇ ਬਣਾਈ ਸੀ। ਅੱਜ ਮੈਂ ਬਿਲਕੁਲ ਸਿੰਪਲ ਲਾਈਨ ਬਣਾਉਣੀ ਆ ਆਪਾਂ। ਪਹਿਲਾਂ ਆਪਣੇ ਸਾਰਿਆਂ 'ਚ ਆਪਾਂ ਸਾਰੇ ਵਧੀਆ ਵਧੀਆ ਤਰੀਕੇ ਨਾਲ ਭਾਈ ਕਿਰਪਾਲ ਸਿੰਘ ਜੀ, ਇਹ ਨਾ ਜਿਹੜੀ ਤੁਸੀਂ ਗੱਲ ਲਿਖੀ ਆ ਇਹ ਮੈਂ ਖੁਦ ਹਟਾ ਰਿਹਾ। ਮੇਰੇ ਘਰ 3 ਬੇਟੀਆਂ, ਇਹ ਮੈਂ ਖੁਦ ਹਟਾ ਰਿਹਾ। ਪਰ ਪਤਾ ਕੀ ਗੱਲ ਹੈ, ਕਈ ਵਾਰ ਮੈਂ ਐਸੇ ਮਾਹੌਲ ਦੇਖ ਲੈਣਾ ਬਾਹਰ, ਫਿਰ ਮੈਂ ਥੋੜਾ ਜਿਹਾ ਸਿਰ ਮੇਰਾ ਸ਼ਰਮ ਉੱਚਾ ਹੋ ਜਾਂਦਾ, ਕਿਉਂਕਿ ਮੈਂ ਜਦੋਂ ਪੁੱਤ ਕਿਸੇ ਨੂੰ ਦੇਖਦਾ ਨਾ ਬਾਪੂ ਦੀ ਦਾੜੀ ਪੱਟਦਾ, ਤੇ ਤੁਸੀਂ ਯਕੀਨ ਕਰਿਓ ਫਿਰ ਮੈਂ ਸੋਚਦਾ ਨਹੀਂ ਯਾਰ ਧੀਆਂ ਹੀ ਖੜੀਆਂ। ਬਹੁਤ ਇਹੋ ਜਿਹਾ ਮੈਂ ਦੇਖੀਆਂ ਚੀਜ਼ਾਂ। ਤੇ ਇਸ ਕਰਕੇ ਮੈਂ ਤਾਂ ਇਸ ਚੀਜ਼ ਨੂੰ ਮੈਂ ਕਈ ਵਾਰੀ ਸਾਰਿਆਂ ਨਾਲ ਗੱਲ ਕਰਦਾ ਹੁੰਦਾ ਵੀ ਮੈਂ ਇਸ ਗੱਲੋਂ ਬਹੁਤ ਸੁਖੀ ਹਾਂ ਵੀ ਮੈਨੂੰ ਕੋਈ ਦਾੜੀ ਪੱਟਣ ਵਾਲਾ ਨਹੀਂ ਹੈਗਾ। ਔਰ ਪਰਮਾਤਮਾ ਨੇ ਦੇਖੋ ਤੁਸੀਂ ਮੈਨੂੰ ਪ੍ਰਾਹੁਣੇ ਦਿੱਤੇ, ਰੱਬ ਨੇ 3 ਧੀਆਂ 3 ਵਿਆਹੀਆਂ, ਪਰਮਾਤਮਾ ਨੇ ਬੱਚੇ ਦਿੱਤੇ। ਉਹ ਇੰਨਾ ਕੁ ਮੈਨੂੰ ਪਿਆਰ ਕਰਦੇ ਆ, ਸ਼ਾਇਦ ਮੇਰਾ ਸਗਾ ਪੁੱਤ ਵੀ ਨਾ ਕਰਦਾ ਹੁੰਦਾ। ਠੀਕ ਹੈ ਨਾ। ਇਹਦੇ ਨਾਲ ਦੀ ਮੈਂ ਜ਼ਿੰਦਗੀ ਸ਼ਾਇਦ ਉਹਨਾਂ ਦੇ ਹੱਥ 'ਚ ਨਾ ਬਤੀਤ ਕਰਦਾ। ਕਈ ਵਾਰੀ ਮਨ ਨੂੰ ਹੁੰਦਾ, ਬਹੁਤ ਇਹੋ ਜਿਹੇ ਮਸਲੇ ਆ ਜਿਨ੍ਹਾਂ ਦੇ ਵਿੱਚ ਕਈ ਵਾਰੀ ਬੰਦਾ ਸੋਚਦਾ ਯਾਰ ਇੱਕ ਹੁੰਦਾ, ਪਰ ਜਦੋਂ ਮੈਂ ਦੇਖਦਾ ਨਾ ਵੀ ਉਹ ਦਾੜੀ ਪੱਟਦਾ ਜਾਂ ਉਹ ਮਾਂ ਨੂੰ ਠੁੱਡੇ ਮਾਰ ਕੇ ਘਰੋਂ ਬਾਹਰ ਕੱਢਦਾ, ਫਿਰ ਮੈਂ ਸੋਚਦਾ ਨਾ ਨਾ ਠੀਕ ਹੈ ਭਾਈ, ਜੋ ਰੱਬ ਨੇ ਫੈਸਲਾ ਕੀਤਾ ਵਧੀਆ ਕੀਤਾ। ਇਸ ਕਰਕੇ ਭਾਈ ਕਿਰਪਾਲ ਸਿੰਘ ਇਹਨਾਂ ਨਾਲ ਦਾ ਤਾਂ ਨਜ਼ਾਰਾ ਜ਼ਿੰਦਗੀ 'ਚ ਕੋਈ ਨਹੀਂ। ਬਸ ਇਹ ਆ ਕਿ ਤੁਸੀਂ ਉਹਨਾਂ ਨੂੰ ਗਾਈਡ ਕਰਨਾ ਸਹੀ ਤਰੀਕੇ ਨਾਲ ਸਿਖਾਓ, ਉਹਨਾਂ ਨੂੰ ਇਹ ਪਤਾ ਹੋਵੇ ਵੀ ਮੇਰਾ ਕਲਚਰ ਕੀ ਕਹਿੰਦਾ, ਮੇਰੇ ਬਾਪੂ ਦੀ ਜਿਹੜੀ ਪੱਗ ਆ ਉਹ ਕਿੱਦਾਂ ਬਚਣੀ ਆ। ਬਸ ਇੰਨਾ ਕੁ ਸਮਝਾਉਣ ਦੀ ਲੋੜ ਆ, ਤੇ ਮੈਨੂੰ ਨਹੀਂ ਲੱਗਦਾ ਕੋਈ ਐਡਾ ਮਸਲਾ ਹੈਗਾ। ਬਾਕੀ ਅਸੀਂ ਕਈ ਵਾਰੀ ਕਹਿੰਦੇ ਧੀ ਨੇ ਪੱਗ ਰੋੜ ਦਿੱਤੀ, ਜਦੋਂ ਪੁੱਤ ਛੱਤਰ ਮਾਰ ਕੇ ਦਾੜੀ ਪੱਟ ਕੇ ਬਾਹਰ ਕੱਢਦਾ ਉਦੋਂ ਕਈ ਪੱਗ ਨਹੀਂ ਰੋੜਦੀ, ਉਹ ਵੀ ਤਾਂ ਪੱਗੇ ਰੋੜ ਲਿਆ, ਉਹ ਕੀ ਆ। ਔਰ ਇੱਥੇ ਬੈਲਜੀਅਮ 'ਚ ਦੇਖ ਲਓ, ਇੱਦਾਂ ਦੇ ਬਹੁਤ ਕੇਸ ਬੈਲਜੀਅਮ ਦੇ ਵਿੱਚ ਆ, ਮੈਂ ਨਾਂ ਨਹੀਂ ਲੈ ਸਕਦਾ, ਪਰ ਇੱਥੇ ਬੈਲਜੀਅਮ ਦੇ ਵਿੱਚ ਵੀ ਇੱਦਾਂ ਦੇ ਕੇਸ ਹੈਗੇ ਆ। ਜਿਹੜੇ ਮੁੰਡੇ ਆ ਜਿਹੜੇ ਨਾ ਉਹ ਬਾਪੂਆਂ ਨੂੰ ਗਾਲਾਂ ਕੱਢਦੇ, ਛਿੱਤਰ ਮਾਰਦੇ ਆ, ਕੰਮ ਨਹੀਂ ਕਰਦੇ ਕੋਈ। ਧੀਆਂ ਫੇਰ ਜਾਂਦੀਆਂ ਕੰਮਾਂ ਤੇ, ਧੀਆਂ ਸਭ ਕੁਛ ਕਰਦੀਆਂ, ਸਵਾਰਦੀਆਂ, ਕੰਮ ਛੱਡ ਕੇ ਦੇਖ ਕੇ ਜਾਂਦੀਆਂ ਮਾਂ ਬਾਪ ਨੂੰ। ਠੀਕ ਹੈ ਨਾ। ਇਸ ਕਰਕੇ ਜਿਹੜਾ ਇਹ ਮਾਹੌਲ ਅਸੀਂ ਖੁਦ ਸਿਰ ਦੇ ਰਹੇ ਹਾਂ, ਇਹਨੂੰ ਅਸੀਂ ਖੁਦ ਠੀਕ ਕਰ ਸਕਦੇ ਹਾਂ, ਕੋਈ ਐਡੀ ਨਹੀਂ ਗੱਲ ਹੈਗੀ। ਬਿਲਕੁਲ ਹਾਂਜੀ ਰੂਪੀ ਜੀ, ਵਾਹਿਗੁਰੂ ਮਿਹਰ ਕਰੂਗਾ ਜੀ, ਸਭ ਠੀਕ ਹੋ ਜਾਣਾ। ਬਾਬੇ ਤੇ ਭਰੋਸਾ ਰੱਖੋ, ਸਾਰੇ ਦਿਨ ਵਧੀਆ ਆ ਜਾਣੇ ਆ ਦੁਬਾਰਾ। ਤੇ ਅੱਜ ਆਪਾਂ ਜੀ ਪੱਪਾ ਫੁੱਫਾ ਬੱਬਾ ਭੱਬਾ ਮਮਾ, ਤੇ ਇਹ ਆਪਾਂ ਅੱਜ ਲੈਣੇ ਆ ਜੀ। ਤੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਆਪਾਂ ਅੱਜ ਇਹ ਜਿਹੜੇ ਆ 5 ਸ਼ਬਦ ਆ ਜੀ, 5 ਜਿਹਨੂੰ ਆਪਾਂ ਬੋਰਡ ਕਹਿ ਸਕਦੇ ਜਾਂ ਅੱਖਰ ਕਹਿ ਸਕਦੇ ਆ, ਇਹਨਾਂ ਨੂੰ ਆਪਾਂ ਅੱਜ ਦੇਖਣਾ। ਤੇ ਮੈਂ ਤੁਹਾਨੂੰ ਦੱਸਦਾ ਆਪਾਂ ਇਹਨਾਂ ਦੇ ਵਿੱਚ ਜ਼ਿਆਦਾ ਲੰਬਾ ਚੌੜਾ ਨਹੀਂ, ਕਿਉਂਕਿ ਜੇ ਆਪਾਂ ਜਿਸ ਤਰੀਕੇ ਨਾਲ ਪੂਰੀ ਲਾਈਨ ਬਣਾ ਰਹੇ ਹਾਂ, ਜਦੋਂ ਮੈਂ ਆਖਰੀ ਦਿਨ ਹੋਊਗਾ ਉਦੋਂ ਮੈਂ ਲਾਈਨ ਸੁਣਾਊਂਗਾ ਤੁਹਾਨੂੰ।
ਉਹਦੇ ਵਿੱਚ ਇਹ ਲਾਈਨ ਜਿਹੜੀ ਮੈਂ ਅੱਜ ਬਣਾਈ ਹੈ ਬਹੁਤ ਵਧੀਆ ਤਰੀਕੇ ਨਾਲ ਢੁਕਦੀ ਆ। बाकी कोशिश करो जी जिन्नी क आपां पंजाबी पढ़ते हैं थोड़ा जिहा अपने बच्चों नूं भी थोड़ा जिहा नाल बिठाया करो, वो भी पढ़न इस चीज़ नूं, बहुत जरूरी आ। ते मैं तो पंजाबी की खातर वो जिद्दां ना बुल्ले ने कहा सी पा के घुंघरू नच्चण वाली गल भी मैनूं तां करन नूं तैयार है। मैं जे ना बच्चों की खातर किसी तरह का मैं भेस बना के टप छाला मार के भी ये चाहना कि जे साडे बच्चों नूं पंजाबी आ जाए, ये तो बड़ा मेरी जिंदगी का शायद कोई होर नहीं मकसद होगा। तो जे मैनूं तुसीं कई बार टीवी देखा ना, कई हॉलैंड दीयां जिहड़ियां फिल्मां आ उन्हां दे विच पुट्ठे सिद्धे हरकतां करके बनाउंदे आ, वो बच्चे बहुत सवाल जवाब करते हैं, बच्चे उन्हां दा बैठे परे कुर्सी ते भावें जवाब दिंदे आ, पर उहदे नाल वो फिर सही जवाब कढ के दसदे आ भी आह सही सी, ओ वाओ तैं बहुत वधिया दस्सिया। नाल वो कहंदे जिहड़ा बच्चा पिछे बैठा ना ਉਹਨੂੰ एक ਹੁੰਦਾ भी फिर मेरे करके ही करदा, आपां नूं जे लोड़ पई तां मैं ये भी करन नूं तैयार हां। इस करके आपां कोशिश करिए बच्चों नूं भी जोड़ो, सिर्फ ये मम्मियां लई नहीं या डैडियां लई नहीं, बच्चे भी नाल जुड़न। आपां अगलियां कि जिहड़े आ उन्हां दे विच जिहड़ियां पंजाब दीयां छोटियां छोटियां चीज़ां जिन्हां नूं असीं बहुत विछड़ गए हैं, बहुत लोकां नूं उन्हां दे नाम ही नहीं पता होना, उन्हां बारे भी आपां चर्चा करिया करनी है। ते हुण आपां लैणा जी पप्पा, पप्पा पप्पा बब्बा पब्बा पप्पा पब्बा पप्पा बब्बा पब्बा मम्मा। ठीक है जी, ये साडे हैगे आ अज 5 अखर जी। मेरा चाक सही नहीं चल रहा जी। हाँ जी, पप्पे का आप बना देना जी पढ़ो, पढ़ो फिर पढ़ो फिर बब्बा पब्बा मम्मा, पढ़ो फिर बब्बा पब्बा मम्मा। सिर्फ दो दे आप बनाते, बब्बा पब्बा मम्मा रहन दिता इदां ही। ਇਹਦੇ ਨਾਲ ਹੀ ਆਪਣੀ ਜਿਹੜੀ ਆ ਉਹ ਲਾਈਨ ਤਕਰੀਬਨ ਕੰਪਲੀਟ ਹੁੰਦੀ ਆ। ਪੜੋ ਫੇਰ ਬੱਬਾ ਭੱਬਾ ਮੰਮਾ, मतलब कि पंजाबी ਨੂੰ ਦੁਬਾਰਾ ਪੜ੍ਹੀਏ ਫਿਰ ਸ਼ੁਰੂ ਕਰੀਏ। ਇੱਥੋਂ ਕੀ ਆਪਾਂ ਸ਼ੁਰੂ ਕਰਾਂਗੇ, पढ़ो पप्पा पढ़ो पप्पा फिर एक बार मैं दूसरे तरीके से ले आता। पप्पा 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 पढ़ो, पढ़ो फिर फिर की हो गया तेनू, पढ़ो फिर बब्बा पब्बा मम्मा, पढ़ो फिर बब्बा पब्बा मम्मा, पढ़ो फिर बब्बा पब्बा मम्मा। ये आपां सिर्फ शॉर्टकट जिहड़ा आ, हाँ जी लगता मैनूं इदां ही है जी। वो असल दे विच थोड़ा जिहा ना कई बारी जां मिट्टी जिद्दां आ जांदी है चौकां दे विच, थोड़ी जी कई बारी प्रॉब्लम कर दिंदे आ। कृपाल कह जी बिल्कुल सही गल है, लगदा सौख गया। हाँ जी बिल्कुल ये भी सही है जी। पत्ते फुल
ਬਹਾਰ ਭੌਰ ਮਹਿਕ, ਇਹ ਵੀ ਸਹੀ ਆ, ਇੱਦਾਂ ਵੀ ਬਹੁਤ ਵਧੀਆ। ਹੁਣ ਇਹ ਜਿਹੜੇ ਸਾਡੇ ਰਵੀ ਜੀ ਆ ਉਹਨਾਂ ਨੇ ਫੈਸਲਾ ਲੈਣਾ ਕਿੱਦਾਂ ਰੱਖਣਾ, ਮਤਲਬ ਇਹ ਸਿੰਪਲ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਿੱਤਾ, ਜਿੱਦਾਂ ਇਹ ਵੀ ਜਿੱਦਾਂ ਰਣਜੀਤ ਕੌਰ ਹੋਣਾ ਲਿਖਿਆ ਇਹ ਵੀ ਬਿਲਕੁਲ ਸਹੀ ਹੈ ਜੀ। ਤੇ ਆਪਾਂ ਕੋਸ਼ਿਸ਼ ਕਰੋ ਜਿੱਦਾਂ ਤੁਹਾਨੂੰ ਸੈੱਟ ਲੱਗਦਾ, ਮਤਲਬ ਮੇਨ ਮਕਸਦ ਆਪਣਾ ਇਹ ਆ ਕਿ ਆਪਾਂ ਜਿੰਨਾ ਹੋ ਸਕੀਏ ਪੰਜਾਬੀ ਦੇ ਨਾਲ ਜੁੜੀਏ। ਇਹ ਸਾਡੀ ਲਈ ਜਿਹੜੀ ਮੇਨ ਕਹਾਣੀ ਆ ਉਹ ਬਹੁਤ ਜ਼ਰੂਰੀ ਆ। ਤੇ ਇਹ ਵੀ ਬਿਲਕੁਲ ਸਹੀ ਆ। ਪੱਤੇ ਫੁੱਲ ਬਹਾਰ ਦੇ ਪੌਰ ਮਹਿਕ, ਹਾਂਜੀ ਬਿਲਕੁਲ ਸਹੀ ਗੱਲ ਹੈ ਜੀ, ਠੀਕ ਆ। ਦਲਵੀਰ ਸਿੰਘ ਕਰੀਹਾ ਜੀ ਸਤਿ ਸ੍ਰੀ ਅਕਾਲ। ਦਲਵੀਰ ਸਿੰਘ ਜੀ ਮੈਨੂੰ ਅੱਜ ਫੋਨ ਕਰਿਓ ਤੁਸੀਂ, ਮੈਂ ਨਹੀਂ ਤਾਂ ਫੋਨ ਕਰੂੰ, ਤੁਹਾਡੇ ਨਾਲ ਗੱਲ ਕਰਨੀ ਆ। ਤੇ ਇਹ ਆਪਣਾ ਜੀ ਅੱਜ ਦਾ ਜਿਹੜਾ ਸੀਗਾ ਆਪਾਂ ਇਹ ਲੈ ਲਿਆ, ਤੇ ਇਹ ਤੋਂ ਬਾਅਦ ਆਪਾਂ ਅਗਲੇ ਸੰਡੇ ਤਕਰੀਬਨ ਫੇਰ ਮਿਲਾਂਗੇ ਇਸੇ ਟਾਈਮ 5 ਵਜੇ। ਤੇ ਤੁਸੀਂ ਮੇਰਾ ਖਿਆਲ ਹੈ ਕਿ ਮੈਂ ਜਿੰਨੀਆਂ ਵੀ ਗੱਲਾਂ ਕੀਤੀਆਂ ਤੁਹਾਨੂੰ ਸਾਰਿਆਂ ਨੂੰ ਕੋਈ ਮੇਰੇ ਕੋਲੋਂ ਇੱਦਾਂ ਦੀ ਗਲਤੀ ਨਹੀਂ ਹੋਈ ਹੋਊਗੀ ਜਿਹਦੇ ਨਾਲ ਤੁਹਾਨੂੰ ਕਿਸੇ ਨੂੰ ਮੈਂ ਦੁੱਖ ਦਿੱਤਾ ਹੋਵੇ। ਅਗਰ ਕੋਈ ਵੀ ਮੇਰੇ ਕੋਲੋਂ ਇੱਦਾਂ ਦੀ ਗਲਤੀ ਹੋ ਗਈ ਤੇ ਮੈਂ ਸਾਰਿਆਂ ਦੇ ਕੋਲੋਂ ਸਿਰ ਝੁਕਾ ਕੇ ਮਾਫੀ ਮੰਗਦਾ ਜੀ। ਤੇ ਮੈਨੂੰ ਇੱਕ ਛੋਟਾ ਜਿਹਾ ਅਣਜਾਣ ਬੱਚਾ, ਕਿਉਂਕਿ ਮੈਂ ਬਹੁਤ ਵੱਡਾ ਕੋਈ ਕਥਾਵਾਚਕ ਜਾਂ ਮੈਂ ਬਹੁਤ ਵੱਡਾ ਕੋਈ ਫਿਲਾਸਫਰ ਨਹੀਂ ਹੈਗਾ। ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਆ ਕੋਸ਼ਿਸ਼ ਕਰਦਾ ਆਪਾਂ ਉਹਨਾਂ ਦੇ ਵਿੱਚ ਹੀ ਕੁਛ ਨਾ ਕੁਛ ਐਡ ਕਰੀਏ। ਤੇ ਮੈਂ ਕੋਈ ਐਡਾ ਖਾਸ ਨਹੀਂ ਹੈਗਾ ਜੀ, ਤੇ ਇਸ ਕਰਕੇ ਕਦੀ ਵੀ ਮੇਰੇ ਕੋਲ ਕਿਸੇ ਵੀ ਤਰ੍ਹਾਂ ਦੀ ਗਲਤੀ ਹੋ ਜਾਵੇ ਮੇਰੇ ਨਾਲ ਨਾਰਾਜ਼ ਨਹੀਂ ਹੋਣਾ, ਮੇਰੇ ਕੋਲ ਫੋਨ ਕਰਿਓ, ਮੈਨੂੰ ਪਤਾ ਲੱਗ ਜਾਵੇ ਵੀ ਮੈਂ ਗਲਤੀ ਕੀਤੀ। ਤੇ ਮੈਂ ਹਮੇਸ਼ਾ ਮੇਰਾ ਜਿਹੜਾ ਸਿਰ ਆ ਤੁਹਾਡੇ ਚਰਨਾਂ ਵਿੱਚ ਝੁਕਦਾ। ਤੇ ਮੇਰੇ ਵੀਰ ਕਿਰਪਾਲ ਸਿੰਘ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਆਉਣ ਦਾ, ਤੇ ਇੱਦਾਂ ਆਉਂਦੇ ਰਿਹਾ ਕਰੋ ਜ਼ਰੂਰ ਮਹਾਰਾਜ। ਤੇ ਸਾਰੀਆਂ ਮੇਰੀਆਂ ਭੈਣਾਂ ਜਿੰਨੀਆਂ ਵੀ ਆ ਸਾਰੇ ਜਣੇ ਤੁਸੀਂ ਆਇਆ ਕਰੋ। ਤੇ ਇੱਥੇ ਆਪਾਂ ਅੱਜ ਸਮਾਪਤੀ ਕਰਦੇ ਹਾਂ ਜੀ। ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਵਾਹ ਵਾਹ, ਕਿਰਪਾ ਹੋ ਗਈ ਬਾਬੇ ਦੀ ਜੀ, ਬਸ ਇਹ ਚਾਹੀਦੀ ਹੈ ਜੀ। ਥੈਂਕ ਯੂ। ਨਹੀਂ ਮਹਾਰਾਜ ਇੰਨਾ ਲੰਬਾ ਚੌੜਾ ਨਾ ਕਰੋ, 1008 ਵਾਲੇ ਤਾਂ ਬਾਬੇ ਬਹੁਤ ਖਤਰਨਾਕ ਹੁੰਦੇ ਆ।